ਸਤਿ ਸ਼੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ। ਅੱਜ 12 ਅਪ੍ਰੈਲ ਹੈ ਅਤੇ ਦਿਨ ਸੋਮਵਾਰ ਹੈ। ਅੱਜ ਦੇ ਦਿਨ ਦੀ ਪਹਿਲੀ ਖਬਰ ਦੱਸ ਦਈਏ ਕਿ ਸਿੱਖ ਸੰਗਤ ਦਾ ਜਥਾ ਅੱਜ ਪਾਕਿਸਤਾਨ ਦੇ ਲਈ ਰਵਾਨਾ ਹੋਏਗਾ। ਖਾਲਸੇ ਦੇ ਸਿਰਜਣਾ ਦਿਹਾੜੇ ਨੂੰ ਲੈ ਕੇ ਸਮਾਗਮ ਨੇ ਜਿਹੜੇ ਉਹਨਾਂ ਦੀ ਸ਼ੁਰੂਆਤ ਹੋ ਗਈ ਹੈ ਪਾਕਿਸਤਾਨ ਦੇ ਵਿੱਚ ਵੀ ਅਤੇ ਪੰਜਾਬ ਦੇ ਵਿੱਚ ਵੀ। ਪੰਜਾਬ ਦੇ ਗੁਰਦੁਆਰਾ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਕੱਲ ਅਖੰਡ ਪਾਠ ਸਾਹਿਬ ਪ੍ਰਕਾਸ਼ ਕੀਤੇ ਗਏ, ਜਿਨ੍ਹਾਂ ਦੇ ਭੋਗ 13 ਅਪ੍ਰੈਲ ਨੂੰ ਯਾਨੀ ਕਿ ਕੱਲ ਨੂੰ ਪਾਏ ਜਾਣਗੇ। ਵਿਸਾਖ ਮਹੀਨੇ ਦੀ ਸੰਗਰਾਂਦ ਵਾਲੇ ਦਿਨ ਲਗਾਤਾਰ 3 ਦਿਨ ਇੱਥੇ ਪ੍ਰੋਗਰਾਮ ਚੱਲਦੇ ਰਹਿਣਗੇ ਤੇ ਪਰਸੋਂ ਨੂੰ ਮਹੱਲਾ ਕੱਢਣ ਤੋਂ ਬਾਅਦ ਇੱਥੇ ਸਮਾਗਮਾਂ ਦੀ ਸਮਾਪਤੀ ਹੋਵੇਗੀ। ਸਿੱਖ ਸੰਗਤ ਦਾ ਜਥਾ ਜਿਹੜਾ ਅੱਜ ਪਾਕਿਸਤਾਨ ਦੇ ਲਈ ਰਵਾਨਾ ਹੋਣਾ ਹੈ, ਉਹਨਾਂ ਸਾਰਿਆਂ ਦੇ ਕਰੋਨਾ ਟੈਸਟ ਵੀ ਕੀਤੇ ਗਏ ਨੇ, ਜਿਨ੍ਹਾਂ ਵਿੱਚੋਂ 5 ਸ਼ਰਧਾਲੂਆਂ ਦੀ ਟੈਸਟ ਰਿਪੋਰਟ ਪੋਜ਼ਿਟਿਵ ਆਈ ਹੈ ਤੇ ਪੋਜ਼ਿਟਿਵ ਟੈਸਟ ਵਾਲੇ ਜਾ ਨਹੀਂ ਸਕਦੇ ਪਾਕਿਸਤਾਨ, ਕਿਉਂਕਿ ਸਰਕਾਰ ਨੇ ਸ਼ਰਤ ਰੱਖੀ ਹੈ ਕਿ ਨੈਗੇਟਿਵ ਟੈਸਟ ਰਿਪੋਰਟ ਹੋਣੀ ਲਾਜ਼ਮੀ ਹੈ ਤਾਂ ਹੀ ਪਾਕਿਸਤਾਨ ਦੇ ਵਿੱਚ ਐਂਟਰੀ ਮਿਲੇਗੀ ਤੇ ਇਹ ਸੰਗਤ ਦਾ ਜਥਾ 22 ਅਪ੍ਰੈਲ ਨੂੰ ਵਾਪਸ ਆ ਜਾਏਗਾ। ਜੇ ਗੱਲ ਕਰ ਲਈਏ ਬਾਈਬਲ ਕਲਾਂ ਗੋਲੀ ਕਾਂਡ ਦੀ ਬੇਅਦਬੀ ਮਾਮਲਿਆਂ ਦੀ, ਤਾਂ ਇਹਨਾਂ ਮਾਮਲਿਆਂ ਦੇ ਵਿੱਚ ਜੋ ਹਾਈ ਕੋਰਟ ਨੇ ਫੈਸਲਾ ਸੁਣਾਇਆ, ਪੰਜਾਬ ਪੁਲਿਸ ਦੀ ਸਿੱਟ ਦੀ ਜਾਂਚ ਰਿਪੋਰਟ ਰੱਦ ਕੀਤੀ ਹੈ ਬਾਈਬਲ ਕਲਾਂ ਗੋਲੀ ਕਾਂਡ ਦੇ ਵਿੱਚ, ਤਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਫੈਸਲੇ ਨੂੰ ਹਾਈ ਕੋਰਟ ਦੇ ਫੈਸਲੇ ਨੂੰ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਦੇਣ ਦਾ ਐਲਾਨ ਵੀ ਕੀਤਾ। ਨਾਲ ਹੀ ਸੁਖਬੀਰ ਬਾਦਲ ਨੂੰ ਵੀ ਸੁਨੇਹਾ ਭੇਜਿਆ ਕਿ ਸੁਖਬੀਰ ਬਾਦਲ ਜਸ਼ਨ ਮਨਾਉਣੇ ਬੰਦ ਕਰ ਦੇਵੇ, ਕਿਉਂਕਿ ਇਸ ਮਾਮਲੇ ਵਿੱਚ ਫੈਸਲਾ ਜੋ ਵੀ ਹੋਵੇ SIT ਦੇ ਜਾਂਚ ਦੇ ਨਾਲ ਅਸੀਂ ਖੜੇ ਹਾਂ ਤੇ ਜਿਸ ਵਿੱਚ ਕਿਸੇ ਵੀ ਪੱਖ ਤੋਂ ਬਾਦਲ ਪਰਿਵਾਰ ਨੂੰ ਘਟਨਾ ਵਿੱਚ ਸ਼ਮੂਲੀਅਤ ਤੋਂ ਮੁਕਤ ਨਹੀਂ ਕੀਤਾ ਜਾ ਸਕਦਾ। ਕੈਪਟਨ ਨੇ ਇਸ ਘਿਨਾਉਣੇ ਕਾਰੇ ਲਈ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਤੇ ਪੀੜਤ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਦਾ ਵੀ ਅਹਿਦ ਲਿਆ। ਉਧਰ ਭਗਵੰਤ ਮਾਨ ਨੇ ਕੱਲ ਚੰਡੀਗੜ੍ਹ ਦੇ ਵਿੱਚ PC ਕੀਤੀ ਇਸੇ ਮਸਲੇ ਤੇ ਦੋਸ਼ ਲਾਇਆ ਕਿ ਕੈਪਟਨ ਤੇ ਬਾਦਲ ਆਪਸ ਦੇ ਵਿੱਚ ਰਲੇ ਹੋਏ ਨੇ ਤੇ ਜਿਹੜਾ ਹਾਈ ਕੋਰਟ ਦਾ ਫੈਸਲਾ ਹੈ ਉਹ ਹਾਈ ਕੋਰਟ ਦਾ ਨਾ ਹੋ ਕੇ ਪਿੱਛੇ ਇਹਨਾਂ ਦੋਵਾਂ ਦੀ ਮਿਲੀ ਭੁਗਤ ਦਾ ਇਹ ਫੈਸਲਾ ਹੈ, ਕਿਉਂਕਿ ਕੈਪਟਨ ਵੀ ਬਾਦਲਾਂ ਨੂੰ ਬਚਾਉਣਾ ਚਾਹੁੰਦੇ ਨੇ, 2022 ਦੀਆਂ ਚੋਣਾਂ ਟਪਾਉਣਾ ਚਾਹੁੰਦੇ ਨੇ। ਲੱਖਾ ਸਿਧਾਣਾ ਨੇ ਦਿੱਲੀ ਪੁਲਿਸ ਤੇ ਆਪਣੇ ਚਚੇਰੇ ਭਰਾ ਦੀ ਕੁੱਟਮਾਰ ਦੇ ਦੋਸ਼ ਲਾਏ ਨੇ, ਤਾਂ ਨਵਜੋਤ ਸਿੰਘ ਸਿੱਧੂ ਵੀ ਭੜਕੇ ਨੇ। ਦਿੱਲੀ ਪੁਲਿਸ ਦੀ ਪੰਜਾਬ 'ਚ ਕਾਰਵਾਈ ਤੋਂ ਕੈਪਟਨ ਸਰਕਾਰ ਤੇ ਵੀ ਸਵਾਲ ਚੁੱਕੇ ਨੇ। ਨਵਜੋਤ ਸਿੱਧੂ ਨੇ ਕਿਹਾ ਕਿ ਪੰਜਾਬ ਦੇ ਅਧਿਕਾਰ ਖੇਤਰ ਵਿੱਚ ਆ ਕੇ ਦਿੱਲੀ ਪੁਲਿਸ ਦੇ ਵੱਲੋਂ ਪੰਜਾਬੀਆਂ ਤੇ ਤਸ਼ੱਦਦ ਕਰਨਾ ਸ਼ਰਮਨਾਕ ਹੈ। ਸੁਖਬੀਰ ਬਾਦਲ ਨੇ ਮੰਗ ਕੀਤੀ ਹੈ ਕਿ ਦਿੱਲੀ ਪੁਲਿਸ ਤੇ ਕੇਸ ਦਰਜ ਹੋਣਾ ਚਾਹੀਦਾ ਹੈ, ਕਿਉਂਕਿ ਪਟਿਆਲਾ ਦੇ ਵਿੱਚ ਪੇਪਰ ਦਿੰਦੇ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਚੁੱਕਿਆ ਗਿਆ ਹੈ, ਇਹ ਗੈਰ ਕਾਨੂੰਨੀ ਹੈ। ਅੰਮ੍ਰਿਤਸਰ ਤੋਂ ਨਵੀਂ ਦਿੱਲੀ ਸ਼ਤਾਬਦੀ ਐਕਸਪ੍ਰੈਸ ਰੇਲ ਗੱਡੀ ਮੁੜ ਸ਼ੁਰੂ ਕਰ ਦਿੱਤੀ ਗਈ ਹੈ। ਕੱਲ ਸ਼ੁਰੂ ਕੀਤੀ ਗਈ ਹੈ ਰੇਲ ਗੱਡੀ। ਪਿਛਲੇ ਵਰੇ ਮਾਰਚ ਮਹੀਨੇ ਵਿੱਚ ਕਰੋਨਾ ਵਾਇਰਸ ਮਹਾਮਾਰੀ ਕਾਰਨ ਜੋ ਲੋਕਡਾਊਨ ਲੱਗਿਆ ਸੀ ਉਹਦੇ ਕਾਰਨ ਬੰਦ ਕਰ ਦਿੱਤੀ ਗਈ ਸੀ ਤੇ ਇਹ ਮੁੜ ਤੋਂ ਸ਼ੁਰੂ ਹੋ ਚੁੱਕੀ ਹੈ। ਜਲੰਧਰ ਵਿੱਚ ਰਾਤ ਦੇ ਕਰਫਿਊ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਨੌਜਵਾਨਾਂ ਨੇ SHO ਨੂੰ ਹੀ ਕੁੱਟ ਦਿੱਤਾ, ਜਿਹੜੇ ਹੁਣ ਹਸਪਤਾਲ ਦੇ ਵਿੱਚ ਦਾਖਲ ਨੇ। ਵੱਡੀ ਖਬਰ ਕੱਲ ਪੰਜਾਬ ਤੋਂ ਬੇਰੁਜ਼ਗਾਰ ਅਧਿਆਪਕਾਂ ਦੇ ਨਾਲ ਜੁੜੀ ਹੋਈ ਵੀ ਆਈ ਹੈ। ਪਟਿਆਲਾ ਦੇ ਵਿੱਚ ਬੇਰੁਜ਼ਗਾਰ ਅਧਿਆਪਕਾਂ ਨੇ ਨਹਿਰ 'ਚ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਦੇ ਵਿੱਚ ਰੋਸ ਮੁਜ਼ਾਹਰਾ ਕਰਨ ਪਹੁੰਚੇ ਸੀ, ਪਰ ਪੁਲਿਸ ਦੀ ਕੁੱਟਮਾਰ, ਲਾਠੀ ਚਾਰਜ, ਧੱਕੇਸ਼ਾਹੀ ਤੋਂ ਤੰਗ ਆ ਕੇ ਜਦੋਂ ਦੂਜੀ ਥਾਂ ਤੇ ਇਹਨਾਂ ਨੇ ਧਰਨਾ ਲਾਉਣਾ ਚਾਹਿਆ, ਉੱਥੇ ਵੀ ਪੁਲਿਸ ਪਹੁੰਚ ਗਈ ਤੇ ਪੁਲਿਸ ਦੀ ਦਹਿਸ਼ਤ ਤੋਂ ਬਚਦੇ 2 ਬੇਰੁਜ਼ਗਾਰ ਅਧਿਆਪਕਾਂ ਨੇ ਨਹਿਰ ਵਿੱਚ ਛਾਲਾਂ ਮਾਰ ਦਿੱਤੀਆਂ। ਪੰਜਾਬ 'ਚ ਕਣਕ ਦੀ ਖਰੀਦ ਦਾ ਕੱਲ ਦੂਸਰਾ ਦਿਨ ਸੀ, ਅੱਜ ਤੀਸਰਾ ਦਿਨ ਹੈ ਤੇ ਕੱਲ ਦੂਸਰੇ ਦਿਨ ਆੜ੍ਹਤੀ ਐਸੋਸੀਏਸ਼ਨ ਪੰਜਾਬ ਨੇ ਵੀ ਹੜਤਾਲ ਵਾਪਸ ਲੈ ਲਈ, ਜਿਸ ਤੋਂ ਬਾਅਦ ਸਿੱਧੀ ਅਦਾਇਗੀ ਦੇ ਰਾਹ 'ਚੋਂ ਸਭ ਅੜਿੱਕੇ ਦੂਰ ਹੋ ਗਏ, ਜਦਕਿ ਫੈਡਰੇਸ਼ਨ ਆਫ ਆੜ੍ਹਤੀਆਂ ਨੇ ਤਾਂ ਸ਼ਨੀਵਾਰ ਨੂੰ ਹੀ ਹੜਤਾਲ ਵਾਪਸ ਲੈ ਲਈ ਸੀ। ਪੰਜਾਬ 'ਚ ਕੱਲ ਦੂਜੇ ਦਿਨ ਕਣਕ ਦੀ ਖਰੀਦ ਦਾ ਕੰਮ ਲੀਹ ਤੇ ਪਿਆ। ਮਾਝੇ ਦੇ 5 ਜ਼ਿਲ੍ਹਿਆਂ ਨੂੰ ਛੱਡ ਕੇ ਪੂਰੇ ਪੰਜਾਬ 'ਚ ਕਣਕ ਦੀ ਫਸਲ ਦੀ ਮੰਡੀਆਂ ਵਿੱਚ ਆਮਦ ਸ਼ੁਰੂ ਹੋ ਗਈ ਹੈ। ਜੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ ਦੀ ਗੱਲ ਕਰ ਲਈਏ ਤਾਂ ਇੱਥੇ ਮੰਡੀਆਂ ਦੇ ਵਿੱਚ ਕਣਕ ਤਾਂ ਪਹੁੰਚ ਰਹੀ ਹੈ, ਪਰ ਕਣਕ ਦੀ ਬੋਲੀ ਨਹੀਂ ਲੱਗ ਰਹੀ ਤੇ ਕਿਸਾਨਾਂ ਨੂੰ ਮੰਡੀਆਂ ਦੇ ਵਿੱਚ ਹੀ ਰਾਤਾਂ ਕੱਟਣ ਨੂੰ ਮਜਬੂਰ ਹੋਣਾ ਪੈ ਰਿਹਾ ਹੈ। ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਸਾਨਾਂ ਦੇ ਲਈ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੂੰ ਚਿੱਠੀ ਲਿਖੀ ਹੈ। ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਮੁੜ ਤੋਂ ਗੱਲਬਾਤ ਹੈ ਜਿਹੜੀ ਉਹ ਸ਼ੁਰੂ ਕੀਤੀ ਜਾਵੇ, ਕਿਉਂਕਿ ਬਾਰਡਰਾਂ ਤੇ ਬੈਠੇ ਕਿਸਾਨਾਂ ਕਰਕੇ ਸੂਬੇ ਦੇ ਵਿੱਚ ਕਰੋਨਾ ਫੈਲ ਸਕਦਾ ਹੈ। ਸੋ ਅਨਿਲ ਵਿਜ ਨੇ ਜਿਹੜੀ ਇਹ ਚਿੱਠੀ ਲਿਖੀ ਹੈ, ਇਸ ਦੇ ਉੱਤੇ ਕਿਸਾਨਾਂ ਦਾ ਰਿਐਕਸ਼ਨ ਤਾਂ ਜ਼ਰੂਰ ਹੀ ਆਵੇਗਾ। ਦਿੱਲੀ ਦੇ ਸਿੰਘੂ ਬਾਰਡਰ ਤੇ ਕੱਲ ਅੰਤਿਲ ਖਾਪ ਦੇ ਧਰਨੇ ਵਾਲੀ ਥਾਂ ਤੇ ਹਵਾ ਸਿੰਘ ਦੀ ਪ੍ਰਧਾਨਗੀ ਵਿੱਚ ਇੱਕ ਸਰਬਜਾਤ ਸਰਬ ਖਾਪ ਪੰਚਾਇਤ ਕੀਤੀ ਗਈ। ਪੰਚਾਇਤ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਮੁੱਖ ਲੀਡਰਾਂ ਦੀ ਮੌਜੂਦਗੀ ਵਿੱਚ ਸਰਬਸੰਮਤੀ ਦੇ ਨਾਲ ਫੈਸਲਾ ਲਿਆ ਗਿਆ ਕਿ ਪਰਸੋਂ ਯਾਨੀ ਕਿ 14 ਅਪ੍ਰੈਲ ਨੂੰ ਹਲਕਾ ਰਾਏ ਦੇ ਪਿੰਡ ਬਡੌਲੀ ਦੇ ਵਿੱਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਆਉਣਾ ਹੈ ਤੇ ਖੱਟਰ ਦਾ ਸ਼ਾਂਤੀਪੂਰਵਕ ਪਰ ਸਖਤੀ ਦੇ ਨਾਲ ਵਿਰੋਧ ਕੀਤਾ ਜਾਏਗਾ। ਉਹਨਾਂ ਸਪਸ਼ਟ ਕੀਤਾ ਕਿ ਅਸੀਂ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦੀ ਮੂਰਤੀ ਦੇ ਉਦਘਾਟਨ ਦੇ ਵਿਰੋਧੀ ਨਹੀਂ ਹਾਂ। ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਨੂੰ ਛੱਡ ਕੇ ਜੇਕਰ ਕੋਈ ਹੋਰ ਇਸ ਮੂਰਤੀ ਦਾ ਉਦਘਾਟਨ ਕਰਦਾ ਤਾਂ ਕਿਸਾਨਾਂ ਨੂੰ ਕੋਈ ਇਤਰਾਜ਼ ਨਹੀਂ ਹੈ, ਪਰ ਖੱਟਰ ਦਾ ਵਿਰੋਧ ਅਸੀਂ ਕਰਾਂਗੇ।
ਖੇਤੀ ਮੰਤਰੀ ਦਾ ਜਿਹੜਾ ਬਿਆਨ ਹੈ ਉਸ ਨੂੰ ਸੁਝਾਅ ਨਹੀਂ, ਦਰਸ਼ਨਪਾਲ ਨੇ ਸ਼ਰਤ ਦੱਸੀ ਹੈ। ਡਾਕਟਰ ਦਰਸ਼ਨਪਾਲ ਕਿਸਾਨ ਲੀਡਰ ਨੇ, ਉਹਨਾਂ ਨੇ ਕਿਹਾ ਕਿ ਜੋ ਤੋਮਰ ਕਹਿ ਰਹੇ ਨੇ ਕਿ ਅੰਦੋਲਨ ਖਤਮ ਕਰ ਦਿੱਤਾ ਜਾਵੇ ਕਰੋਨਾ ਦੇ ਕਰਕੇ ਤੇ ਕਿਸਾਨਾਂ ਦੇ ਨਾਲ ਸਰਕਾਰ ਗੱਲਬਾਤ ਕਰਨ ਦੇ ਲਈ ਤਿਆਰ ਹੈ, ਇਹ ਕੋਈ ਸੁਝਾਅ ਨਹੀਂ ਬਲਕਿ ਇੱਕ ਸ਼ਰਤ ਹੈ ਕਿ ਧਰਨਾ ਚੁੱਕਣ ਤੋਂ ਬਾਅਦ ਹੀ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ। ਉਧਰ ਹਰਿਆਣਾ ਸਰਕਾਰ ਨੇ ਕਿਸਾਨ ਜਥੇਬੰਦੀਆਂ ਦੇ ਵਿਰੋਧ ਦੇ ਐਲਾਨ ਤੋਂ ਬਾਅਦ ਡਾਕਟਰ ਭੀਮ ਰਾਓ ਅੰਬੇਦਕਰ ਦੀ 130ਵੀਂ ਜਯੰਤੀ ਮੌਕੇ ਸੂਬੇ ਦੇ ਵਿੱਚ ਸਰਕਾਰੀ ਸਮਾਗਮ ਕਰਨ ਦਾ ਜਿਹੜਾ ਐਲਾਨ ਕੀਤਾ ਸੀ ਉਸ ਨੂੰ ਹੁਣ ਰੱਦ ਕਰ ਦਿੱਤਾ ਹੈ। ਹਰਿਆਣਾ ਸਰਕਾਰ ਨੇ 14 ਅਪ੍ਰੈਲ ਨੂੰ ਸੂਬੇ 'ਚ ਕੀਤੇ ਜਾਣ ਵਾਲੇ ਸਾਰੇ ਸਮਾਗਮ ਰੱਦ ਕਰ ਦਿੱਤੇ ਨੇ, ਪਰ ਜਿਹੜਾ ਮੂਰਤੀ ਦਾ ਉਦਘਾਟਨ ਕਰਨਾ ਹੈ ਬਡੌਲੀ ਦੇ ਵਿੱਚ ਉਸ ਬਾਰੇ ਹਾਲੇ ਕੁਝ ਵੀ ਸਪਸ਼ਟ ਨਹੀਂ ਹੈ ਕਿ ਮੁੱਖ ਮੰਤਰੀ ਖੱਟਰ ਪਹੁੰਚਣਗੇ ਜਾਂ ਫਿਰ ਨਹੀਂ ਪਹੁੰਚਣਗੇ। ਕਿਸਾਨ ਅੰਦੋਲਨ 'ਚੋਂ ਪਰਤ ਰਹੇ ਇੱਕ ਮਜ਼ਦੂਰ ਦੀ ਵੀ ਮੌਤ ਹੋ ਗਈ ਹੈ। ਕਰੀਬ 2 ਹਫ਼ਤੇ ਤੱਕ ਦਿੱਲੀ ਦੇ ਮੋਰਚਿਆਂ ਵਿੱਚ ਸ਼ਾਮਲ ਰਹਿਣ ਤੋਂ ਬਾਅਦ ਵਾਪਸ ਆ ਰਹੇ ਖੇਤ ਮਜ਼ਦੂਰ ਬਰਕਤ ਦੀ ਮੌਤ ਹੋ ਗਈ ਹੈ। ਬਰਕਤ ਦੀ ਉਮਰ 80 ਸਾਲ ਸੀ। ਭੋਜੀਆਂ ਦੇ ਰਹਿਣ ਵਾਲੇ ਸੀ, ਤਰਨਤਾਰਨ ਜ਼ਿਲ੍ਹੇ ਦੇ, ਜਿਹੜੇ ਕਿ 20 ਮਾਰਚ ਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜਥੇ ਨਾਲ ਦਿੱਲੀ ਗਏ ਸੀ। ਇਸੇ ਤਰ੍ਹਾਂ ਲੁਧਿਆਣਾ ਦੇ ਕਸਬਾ ਪਾਇਲ ਦੇ ਪਿੰਡ ਧੌਲ ਖੁਰਦ ਦਾ ਨੌਜਵਾਨ ਲਖਵੀਰ ਸਿੰਘ ਉਮਰ ਮਹਿਜ਼ 36 ਸਾਲ ਸੀ, ਉਸ ਦੀ ਵੀ ਦਿੱਲੀ ਦੀ ਟਿੱਕਰੀ ਹੱਦ ਦੇ ਉੱਤੇ ਮੌਤ ਹੋ ਗਈ ਹੈ। ਪਿਛਲੇ ਕਰੀਬ 2 ਮਹੀਨਿਆਂ ਤੋਂ ਕਿਸਾਨੀ ਘੋਲ ਦੇ ਵਿੱਚ ਡਟਿਆ ਹੋਇਆ ਸੀ। ਜਾਣਕਾਰੀ ਮਿਲੀ ਹੈ ਕਿ ਕੱਲ ਥੋੜੀ ਘਬਰਾਹਟ ਹੋਈ, ਨਹਾਉਣ ਚਲਾ ਗਿਆ, ਥੋੜੀ ਦੇਰ ਬਾਅਦ ਹੀ ਮੌਤ ਹੋ ਗਈ। ਮੌਤ ਦਾ ਕਾਰਨ ਕੀ ਰਿਹਾ ਇਸ ਬਾਰੇ ਹਾਲੇ ਕੁਝ ਸਪਸ਼ਟ ਨਹੀਂ ਹੈ। ਅਦਾਕਾਰ ਸਤੀਸ਼ ਕੌਲ, ਜਿਨ੍ਹਾਂ ਦੀ ਮੌਤ ਸ਼ਨੀਵਾਰ ਨੂੰ ਹੋ ਗਈ ਸੀ, ਉਹਨਾਂ ਦਾ ਕੱਲ੍ਹ ਲੁਧਿਆਣਾ ਦੇ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਉੱਘੇ ਅਦਾਕਾਰ ਸਤੀਸ਼ ਕੌਲ ਦੀ ਮੌਤ ਦਾ ਕਾਰਨ ਕਰੋਨਾ ਦੱਸਿਆ ਗਿਆ, ਪਰ ਜਦੋਂ ਉਹਨਾਂ ਦਾ ਅੰਤਿਮ ਸੰਸਕਾਰ ਹੋਇਆ ਤਾਂ ਸਿਰਫ ਸਿਹਤ ਕਰਮੀਆਂ ਨੇ ਸੰਸਕਾਰ ਕੀਤਾ। ਹਾਲਾਂਕਿ ਸੰਸਕਾਰ ਮੌਕੇ ਕੁਝ ਚੁਣਿੰਦਾ ਲੋਕ ਨੇ ਜਿਹੜੇ ਉਹ ਜ਼ਰੂਰ ਹਾਜ਼ਰ ਸਨ। ਉਹਨਾਂ ਦੀ ਭੈਣ ਸੱਤਿਆ ਦੇਵੀ ਸਮੇਤ ਕੁਝ ਪ੍ਰਸ਼ੰਸਕ ਹਾਜ਼ਰ ਸਨ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਹੁਣ ਖਬਰਾਂ ਵਿਸਥਾਰ ਦੇ ਨਾਲ। ਬੁਲੇਟਿਨ ਦੇ ਵਿੱਚ ਸਭ ਤੋਂ ਪਹਿਲਾਂ ਪੰਜਾਬ ਦੀਆਂ ਖਾਸ ਖਬਰਾਂ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪਿਛਲੇ ਦਿਨੀ ਕੋਟਕਪੂਰਾ ਗੋਲੀकांड ਮਾਮਲੇ ਵਿੱਚ ਪੰਜਾਬ ਪੁਲਿਸ ਦੀ ਸਿੱਟ ਦੀ ਜਾਂਚ ਨੂੰ ਖਾਰਜ ਕਰ ਦਿੱਤਾ ਹੈ ਤੇ ਕੈਪਟਨ ਸਰਕਾਰ ਨੂੰ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਤੋਂ ਬਿਨਾਂ ਨਵੀਂ ਸਿੱਟ ਬਣਾਉਣ ਦੇ ਹੁਕਮ ਦਿੱਤੇ ਨੇ, ਪਰ ਕੈਪਟਨ ਨੇ ਨਵੀਂ ਐਸਆਈਟੀ ਬਣਾਉਣ ਦੇ ਹੁਕਮ ਨੂੰ ਨਾਮਨਜ਼ੂਰ ਕਰ ਦਿੱਤਾ ਹੈ। ਕੈਪਟਨ ਨੇ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਅਗਵਾਈ ਵਿੱਚ ਐਸਆਈਟੀ ਪੂਰੀ ਤਰ੍ਹਾਂ ਨਿਰਪੱਖ ਜਾਂਚ ਕਰ ਰਹੀ ਹੈ ਤੇ ਇਸ ਪੜਾਅ ਤੇ ਆ ਕੇ ਅਧਿਕਾਰੀ ਬਦਲਣਾ ਜਾਂ ਫਿਰ ਨਵੀਂ ਐਸਆਈਟੀ ਬਣਾਉਣਾ ਸਾਨੂੰ ਮਨਜ਼ੂਰ ਨਹੀਂ ਹੈ। ਕੈਪਟਨ ਨੇ ਇਹ ਵੀ ਕਿਹਾ ਕਿ ਅਸੀਂ ਹਾਈਕੋਰਟ ਦੇ ਇਸ ਫੈਸਲੇ ਨੂੰ ਸਰਬ ਉੱਚ ਅਦਾਲਤ ਯਾਨੀ ਕਿ ਹਾਈਕੋਰਟ ਦੇ ਫੈਸਲੇ ਨੂੰ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਦੇਵਾਂਗੇ। ਕੈਪਟਨ ਨੇ ਕਿਹਾ ਕਿ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਨਿਗਰਾਨੀ ਵਿੱਚ ਬੇਅਦਬੀ ਮਾਮਲੇ ਦੀ ਹੁਣ ਤੱਕ ਜਿਹੜੀ ਜਾਂਚ ਕੀਤੀ ਗਈ ਹੈ ਉਸ ਤੇ ਅਸੀਂ ਪੂਰਾ ਵਿਸ਼ਵਾਸ ਕਰਦੇ ਹਾਂ। ਕੁੰਵਰ ਵਿਜੇ ਪ੍ਰਤਾਪ ਸਿੰਘ ਬਹੁਤ ਹੀ ਯੋਗ ਤੇ ਤਜਰਬੇਕਾਰ ਅਧਿਕਾਰੀ ਨੇ। ਸੋ ਕੈਪਟਨ ਕਹਿ ਰਹੇ ਨੇ ਕਿ ਹਾਈਕੋਰਟ ਦੇ ਇਸ ਫੈਸਲੇ ਨੂੰ ਅਸੀਂ ਸਰਬ ਉੱਚ ਅਦਾਲਤ ਦੇ ਵਿੱਚ ਚੁਣੌਤੀ ਦੇਵਾਂਗੇ। ਪਰ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਨੇ ਕੈਪਟਨ ਦੇ ਇਹਨਾਂ ਦਾਅਵਿਆਂ ਨੂੰ ਫੋਕਾ ਦੱਸਿਆ। ਮਾਨ ਨੇ ਇਲਜ਼ਾਮ ਲਾਇਆ ਕਿ ਕੈਪਟਨ ਬਿਨਾਂ ਵਜ੍ਹਾ ਹੀ ਇਹ ਬਿਆਨ ਦੇ ਰਹੇ ਨੇ ਕਿ ਅਸੀਂ ਹਾਈ ਕੋਰਟ ਦੇ ਫੈਸਲੇ ਨੂੰ ਸੁਪਰੀਮ ਕੋਰਟ 'ਚ ਚੁਣੌਤੀ ਦੇਵਾਂਗੇ, ਜਦ ਕਿ ਕਾਨੂੰਨੀ ਪੱਖ ਦੱਸਦਿਆਂ ਮਾਨ ਨੇ ਦਾਅਵਾ ਕੀਤਾ ਹੈ ਕਿ ਇਹ ਜਿਹੜਾ ਹਾਈ ਕੋਰਟ ਦੇ ਸਿੰਗਲ ਬੈਂਚ ਨੇ ਫੈਸਲਾ ਸੁਣਾਇਆ ਤੇ ਸਿੰਗਲ ਬੈਂਚ ਦੇ ਫੈਸਲੇ ਨੂੰ ਹਾਈ ਕੋਰਟ ਦੇ ਵਿੱਚ ਹੀ ਡਬਲ ਬੈਂਚ ਕੋਲ ਚੁਣੌਤੀ ਦਿੱਤੀ ਜਾ ਸਕਦੀ ਹੈ। ਇਹਦੇ ਲਈ ਸੁਪਰੀਮ ਕੋਰਟ 'ਚ ਜਾਣ ਦੀ ਲੋੜ ਨਹੀਂ ਹੈ। ਭਗਵੰਤ ਮਾਨ ਨੇ ਕਿਹਾ ਕਿ ਜੇ ਸੁਪਰੀਮ ਕੋਰਟ ਦੇ ਵਿੱਚ ਵੀ ਕੈਪਟਨ ਸਰਕਾਰ ਜਾਂਦੀ ਹੈ ਤਾਂ 6 ਮਹੀਨੇ ਤਾਂ ਫਾਈਲ ਖੁੱਲ੍ਹਣੀ ਨਹੀਂ, 6 ਮਹੀਨੇ ਬਾਅਦ ਸੁਪਰੀਮ ਕੋਰਟ ਨੇ ਕਹਿ ਦੇਣਾ ਕਿ ਤੁਸੀਂ ਹਾਈ ਕੋਰਟ ਦੇ ਵਿੱਚ ਡਬਲ ਬੈਂਚ ਦੇ ਕੋਲ ਇਹ ਅਪੀਲ ਕਰ ਦਿਓ। ਸੋ ਇਹਦਾ ਕੋਈ ਮਾਇਨਾ ਮਤਲਬ ਨਹੀਂ ਬਣਦਾ। ਭਗਵੰਤ ਮਾਨ ਨੇ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ, ਖਾਸ ਕਰਕੇ ਇਸੇ ਮਸਲੇ ਨੂੰ ਲੈ ਕੇ, ਕੋਟਕਪੂਰਾ ਗੋਲੀकांड ਤੇ ਬੈਬਲ ਕਲਾਂ ਗੋਲੀकांड ਦੇ ਮਸਲੇ ਨੂੰ ਲੈ ਕੇ ਉਹਨਾਂ ਨੇ ਨਿਸ਼ਾਨਾ ਕੱਸਿਆ ਹੈ ਜਾਂਚ ਨੂੰ ਖਾਰਜ ਕਰਨ ਤੇ। ਕਿਹਾ ਕਿ ਇਹ ਫੈਸਲਾ ਹਾਈ ਕੋਰਟ ਦਾ ਘੱਟ ਤੇ ਕੈਪਟਨ ਤੇ ਬਾਦਲਾਂ ਦੀ ਗੰਢ ਤੁੱਪ ਦਾ ਵੱਧ ਹੈ। ਇੱਕ ਵੱਡਾ ਇਲਜ਼ਾਮ ਲਾਇਆ ਹੈ ਕਿ ਕੈਪਟਨ ਤੇ ਬਾਦਲ ਇਸ ਫੈਸਲੇ ਦੇ ਪਿੱਛੇ ਦੋਵੇਂ ਰਲੇ ਹੋਏ ਨੇ, ਹਾਈ ਕੋਰਟ ਨੇ ਇਹ ਫੈਸਲਾ ਨਹੀਂ ਦਿੱਤਾ। ਕਹਿੰਦੇ ਪੰਜਾਬ ਸਰਕਾਰ ਦੇ ਐਡਵੋਕੇਟ ਜਨਰਲ ਅਤੁਲ ਨੰਦਾ 150 ਵਕੀਲਾਂ ਦੀ ਟੀਮ ਨਾਲ ਵੀ ਕੋਟਕਪੂਰਾ ਗੋਲੀकांड ਦਾ ਕੇਸ ਅਦਾਲਤ ਮੂਹਰੇ ਸਹੀ ਢੰਗ ਨਾਲ ਰੱਖ ਹੀ ਨਹੀਂ ਸਕੇ। ਇਹਨਾਂ ਨੇ ਜਾਣ-ਬੁੱਝ ਕੇ ਕੇਸ ਨੂੰ ਕਮਜ਼ੋਰ ਕੀਤਾ, ਜਿਹਦੇ ਕਰਕੇ ਹਾਈ ਕੋਰਟ ਨੇ ਇਹ ਫੈਸਲਾ ਸੁਣਾ ਦਿੱਤਾ। ਮਾਨ ਨੇ ਕਿਹਾ ਕਿ ਕੈਪਟਨ ਦੇ ਖਿਲਾਫ ਕੇਸਾਂ ਵਿੱਚ ਗਵਾਹ ਮੁੱਕਰੇ ਸੀ ਤੇ ਹੁਣ ਬਾਦਲਾਂ ਦੇ ਖਿਲਾਫ ਕੇਸਾਂ ਵਿੱਚ ਵਕੀਲ ਮੁੱਕਰੇ ਨੇ। ਪੰਜਾਬ ਸਰਕਾਰ ਨੇ ਕੇਸ ਦੀ ਚੰਗੀ ਤਰ੍ਹਾਂ ਪੈਰਵਾਈ ਨਹੀਂ ਕੀਤੀ। ਕਹਿੰਦੇ ਜਦੋਂ ਆਪਦੇ ਚਹੇਤਿਆਂ ਨੂੰ ਬਚਾਉਣਾ ਹੋਵੇ ਉਦੋਂ ਮਹਿੰਗੇ ਵਕੀਲ ਲਿਆਂਦੇ ਜਾਂਦੇ ਨੇ ਤੇ ਜਦੋਂ ਪੰਜਾਬ ਸਰਕਾਰ ਨੇ ਕੇਸ ਹਾਰਨਾ ਹੋਵੇ ਉਦੋਂ ਅਤੁਲ ਨੰਦਾ ਤੇ ਉਹਦੀ ਟੀਮ ਨੂੰ ਲਿਆਂਦਾ ਜਾਂਦਾ ਹੈ। ਕਹਿੰਦੇ ਅਤੁਲ ਨੰਦਾ ਦਾ ਇੱਕ ਵੀ ਕੇਸ ਦਿਖਾ ਦਿਓ ਜਿਹੜਾ ਉਹਨੇ ਜਿੱਤਿਆ ਹੋਵੇ ਤੇ ਇਸ ਕੇਸ ਵਾਸਤੇ ਕਿਉਂ ਮਹਿੰਗੇ ਵਕੀਲ ਕਿਉਂ ਨਹੀਂ ਕੀਤੇ ਗਏ? ਕਿਉਂਕਿ ਬਾਦਲਾਂ ਨੂੰ ਬਚਾਉਣਾ ਸੀ।
ਸੋ ਭਗਵੰਤ ਮਾਨ ਨੇ ਇਲਜ਼ਾਮ ਲਾਇਆ ਹੈ ਕਿ ਕੁੰਵਰ ਵਿਜੇ ਪ੍ਰਤਾਪ ਨੂੰ ਹਟਾ ਕੇ ਹੁਣੇ 2022 ਦੀਆਂ ਵੋਟਾਂ ਲਗਾਉਣਾ ਚਾਹੁੰਦੇ ਨੇ, ਹੋਰ ਕੁਝ ਨਹੀਂ ਕਰਨਾ ਚਾਹੁੰਦੇ। ਕਹਿੰਦੇ ਜਿਹੜੇ ਅਕਾਲੀਆਂ ਦੀ ਤੱਕੜੀ ਨੂੰ ਲੋਕ ਬਾਬੇ ਨਾਨਕ ਦੀ ਤੱਕੜੀ ਸਮਝ ਕੇ ਵੋਟ ਪਾਉਂਦੇ ਰਹੇ, ਉਸੇ ਗੁਰੂ ਨਾਨਕ ਦੀ ਬਾਣੀ ਨੂੰ ਗਲੀਆਂ ਵਿੱਚ ਰੋਲਣ ਵਾਲਿਆਂ ਦਾ ਲੋਕ ਬੁਰਾ ਹਸ਼ਰ ਕਰਨਗੇ, ਕਿਉਂਕਿ ਬੱਚੇ ਨੂੰ ਪਤਾ ਹੈ ਕਿ ਬੇਅਦਬੀ ਕਾਂਡ ਦੇ ਪਿੱਛੇ ਕਿਹਦਾ ਹੱਥ ਹੈ ਤੇ ਕਿਹਦੇ ਕਹਿਣ ਤੇ ਗੋਲੀਆਂ ਪੁਲਿਸ ਨੇ ਸਿੱਖਾਂ ਦੇ ਉੱਤੇ ਚਲਾਈਆਂ ਸੀ। ਪਿਛਲੇ ਦਿਨੀ ਜਿਹੜਾ ਬਾਈਬਲ ਕਲਾਂ ਤੇ ਕੋਟਕਪੂਰਾ ਗੋਲੀकांड ਦੀ ਜਿਹੜੀ SIT ਬਣਾਈ ਗਈ ਸੀ ਕੁੰਵਰ ਵਿਜੇ ਪ੍ਰਤਾਪ ਜੀ ਦੀ ਅਗਵਾਈ 'ਚ, ਉਹਦੀ ਰਿਪੋਰਟ ਨੂੰ ਹਾਈ ਕੋਰਟ ਨੇ ਖਾਰਜ ਕਰਤਾ ਤੇ ਨਵੀਂ SIT ਬਣਾਉਣ ਦੇ ਆਰਡਰ ਦੇ ਦਿੱਤੇ। ਅਸਲ ਦੇ ਵਿੱਚ ਹਾਈ ਕੋਰਟ ਦਾ ਫੈਸਲਾ ਘੱਟ ਹੈ। ਇਹ ਕੈਪਟਨ ਤੇ ਬਾਦਲਾਂ ਦੀ ਆਪਸੀ ਗੰਢ ਧੁੱਪ ਦਾ ਫੈਸਲਾ ਜ਼ਿਆਦਾ ਹੈ, ਕਿਉਂਕਿ ਇਸ ਕੇਸ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਰਿਪਰੈਜ਼ੈਂਟ ਕਰਨ ਲਈ ਜਿਹੜੇ ਵਕੀਲ ਸੀਗੇ, ਅਤੁਲ ਨੰਦਾ ਜਿਹੜੇ ਕਿ AG ਨੇ ਸਾਡੇ, ਉਹਨਾਂ ਨੇ ਜਿਹੜੇ ਵਕੀਲ ਉੱਥੇ ਭੇਜੇ, ਉਹ ਜਾਣ ਬੁੱਝ ਕੇ ਇੰਨਾ ਕਮਜ਼ੋਰ ਕੇਸ ਕੀਤਾ ਉਹਨਾਂ ਨੇ ਕਿ ਹਾਈ ਕੋਰਟ ਨੂੰ ਇਹ ਫੈਸਲਾ ਦੇਣਾ ਪਿਆ। ਲੋਕਾਂ ਨੂੰ ਤਾਂ ਪਹਿਲਾਂ ਹੀ ਪਤਾ ਸੀ, ਅਸੀਂ ਪਿੰਡਾਂ ਜਾਂਦੇ ਹਾਂ ਜਦੋਂ, ਤਾਂ ਲੋਕ ਤਾਂ ਕਹਿੰਦੇ ਨੇ ਕਿ ਇਹਨਾਂ ਤੋਂ ਕੀ ਉਮੀਦ ਕਰ ਸਕਦੇ ਹਾਂ ਜੀ। ਤੁਸੀਂ ਕੋਈ ਇਨਸੀਡੈਂਟ ਦੇਖੋ, ਸੰਯੋਗ ਦੇਖੋ ਕਿ ਪ੍ਰਕਾਸ਼ ਸਿੰਘ ਬਾਦਲ 2016 ਦੇ ਲਗਭਗ ਇਹਨਾਂ ਦਿਨਾਂ ਦੇ ਵਿੱਚ ਹੀ ਆਪਣੀ ਸਰਕਾਰ ਦੇ ਜਾਂਦੇ ਜਾਂਦੇ ਕੈਪਟਨ ਸਾਹਿਬ ਤੋਂ ਸਾਰੇ ਕੇਸ ਉਹਨਾਂ ਨੇ ਵਾਪਸ ਲੈ ਲਏ ਸੀ, ਜਿਹੜੇ ਕੈਪਟਨ ਸਾਹਿਬ ਦੇ ਕੇਸ ਚੱਲਦੇ ਸੀ, ਤੇ ਉਹਦਾ ਵਿਆਜ ਸਮੇਤ ਭੁਗਤਾਨ ਹੁਣ ਕੈਪਟਨ ਸਾਹਿਬ ਕਰ ਰਹੇ ਨੇ ਕਿ ਸਰਕਾਰ ਉਹਨਾਂ ਦੀ ਵੀ ਜਾ ਰਹੀ ਹੈ। ਹੁਣ 2022 ਸਰਕਾਰ ਨਹੀਂ ਆ ਰਹੀ, ਜਾਂਦੇ ਜਾਂਦੇ ਉਹ ਬਾਦਲਾਂ ਦੇ ਖਿਲਾਫ ਜਿਹੜੇ ਨੇ ਉਹ ਕੇਸ ਵਾਪਸ ਲੈ ਰਹੇ ਨੇ। ਫਰਕ ਇੰਨਾ ਕਿ ਕੈਪਟਨ ਸਾਹਿਬ ਦੇ ਖਿਲਾਫ ਜਿਹੜੇ ਕੇਸ ਸੀ ਉਹਨਾਂ ਦੇ ਵਿੱਚ ਗਵਾਹ ਮੁੱਕਰੇ ਸੀ, ਤੇ ਬਾਦਲਾਂ ਦੇ ਖਿਲਾਫ ਜਿਹੜੇ ਕੇਸ ਨੇ ਇਹਦੇ 'ਚ ਵਕੀਲ ਮੁੱਕਰੇ ਨੇ। ਪੰਜਾਬ ਸਰਕਾਰ ਨੇ ਇਹ ਕੇਸ ਪੁੱਟ ਅਪ ਕੀਤਾ ਹੀ ਨਹੀਂ ਚੰਗੀ ਤਰ੍ਹਾਂ। ਨਹੀਂ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਸੀ ਕਿ ਕੁੰਵਰ ਵਿਜੇ ਪ੍ਰਤਾਪ ਜੀ ਨੇ ਬਹੁਤ ਵਧੀਆ ਤਰੀਕੇ ਨਾਲ ਇਹਦੀ ਜਿਹੜੀ ਜਾਂਚ ਕੀਤੀ ਸੀ, ਤੇ ਕਿਉਂਕਿ ਬਾਦਲਾਂ ਦੇ ਟੱਬਰ ਦਾ ਨਾਂ ਆਉਂਦਾ ਸੀਗਾ, ਇਸ ਕਰਕੇ ਫਿਰ ਇਹ ਮਿਲੀ ਭੁਗਤ ਕਰਕੇ ਹਾਈ ਕੋਰਟ ਦੇ ਥਰੂ ਇਸ ਕੇਸ ਨੂੰ ਖਾਰਜ ਕਰਾਇਆ ਗਿਆ। ਔਰ ਜਦੋਂ ਸੁਰੇਸ਼ ਕੁਮਾਰ ਜੀ ਦਾ ਕੇਸ ਆਇਆ ਸੀ, ਉਹਨਾਂ ਨੂੰ ਹਾਈ ਕੋਰਟ ਦੀ ਸਿੰਗਲ ਬੈਂਚ ਨੇ ਉਹਨਾਂ ਦੇ ਅਹੁਦੇ ਤੋਂ ਲਾਤਾ ਸੀ, ਤਾਂ ਪੰਜਾਬ ਸਰਕਾਰ ਨੇ 2 ਦਿਨਾਂ ਦੇ ਵਿੱਚ ਹੀ ਹਾਈ ਕੋਰਟ ਦੇ ਡਬਲ ਬੈਂਚ ਕੋਲੇ ਅਪੀਲ ਪਾਈ ਕਿ ਡਬਲ ਬੈਂਚ ਇਹਦੀ ਜਾਂਚ ਕਰੇ, ਤੇ ਬਾਈ ਏਅਰ ਜਹਾਜ਼ ਰਾਹੀਂ ਲੋਕਾਂ ਦੇ ਪੈਸੇ ਦੇ ਖਰਚੇ ਤੇ ਪੀ ਚਿਦੰਬਰਮ ਨੂੰ ਲਿਆਂਦਾ ਸੀ ਬਤੌਰ ਵਕੀਲ, ਤੇ ਸਟੇ ਲੈ ਲਈ ਸੀ ਉਸ ਕੇਸ ਤੇ। ਮੁਖਤਾਰ ਅੰਸਾਰੀ ਵਾਲੇ ਕੇਸ 'ਚ ਸੁਪਰੀਮ ਕੋਰਟ ਦੇ ਵਿੱਚ ਸਭ ਤੋਂ ਮਹਿੰਗੇ ਵਕੀਲ ਕੀਤੇ ਗਏ ਜੀ, ਕਿ ਇੱਥੇ ਰੱਖਣਾ ਸੀ। ਪਤਾ ਨਹੀਂ ਕੀ ਉਹਨਾਂ ਨਾਲ ਕੋਈ ਚਾਹੇ ਉਹਨਾਂ ਦੀ ਆਪਸ ਦੇ ਵਿੱਚ ਆਪਣਾਤਾ ਹੈ ਕਿ ਇੱਥੇ ਰੱਖਣਾ ਸੀ, ਯੂਪੀ ਦਾ ਇੱਕ ਜਿਹੜਾ ਕ੍ਰਿਮੀਨਲ। ਤੇ ਜਦੋਂ ਤਾਂ ਆਪਣੇ ਚਹੇਤਿਆਂ ਨੂੰ ਬਚਾਉਣਾ ਹੁੰਦਾ, ਉਹਨਾਂ ਵਿਰੁੱਧ ਕੇਸ ਜਿਹੜੇ ਨੇ ਉਹ ਸਟੇ ਕਰਾਉਣੀ ਹੁੰਦੀ ਹੈ, ਉਦੋਂ ਤੱਕ ਤੁਸੀਂ ਬਾਹਰੋਂ ਵਕੀਲ ਲੈਂਦੇ ਹੋ ਜੀ, ਪੀ ਚਿਦੰਬਰਮ ਜਾਂ ਵੱਡੇ ਵੱਡੇ ਜਿਹੜੇ ਮਹਿੰਗੇ ਵਕੀਲ ਨੇ ਇੰਡੀਆ ਦੇ ਟੌਪ 5 ਟੌਪ 10। ਤੇ ਜਦੋਂ ਕੋਈ ਕੇਸ ਪੰਜਾਬ ਸਰਕਾਰ ਨੇ ਹਾਰਨਾ ਹੁੰਦਾ, ਉਦੋਂ ਅਤੁਲ ਨੰਦਾ ਤੇ ਉਹਦੀ ਟੀਮ ਹੈਗੀ ਹੈ ਜੀ, ਇੱਕ ਕੇਸ ਦਿਖਾ ਦੇਣ ਕਿ ਉਹਨਾਂ ਨੇ ਕੋਈ ਜਿੱਤਿਆ ਹੋਵੇ ਪੰਜਾਬ ਵਾਸਤੇ, ਇੱਕ ਕੇਸ। ਕਾਹਦੇ ਵਾਸਤੇ ਚਿੱਟੇ ਹਾਥੀ ਬੰਨੇ ਨੇ ਜੀ? ਇਹ ਕਰੋੜਾਂ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਇਸ ਕੇਸ ਨਾਲ, ਤੇ ਇੱਥੇ ਇਸ ਕੇਸ ਵਾਸਤੇ ਨਹੀਂ ਮਹਿੰਗੇ ਵਕੀਲ ਕੀਤੇ ਜਾ ਸਕਦੇ ਸੀ। ਪਰ ਕਿਉਂਕਿ ਜੇ ਤੂੰ ਆ ਗਿਆ ਤੂੰ ਮੈਨੂੰ ਕੁਛ ਨਾ ਕਹੀਂ, ਜੇ ਮੈਂ ਆ ਗਿਆ ਮੈਂ ਤੈਨੂੰ ਕੁਛ ਨਹੀਂ ਕਹਿੰਦਾ ਦੀ ਫਾਰਮੂਲੇ ਤੇ ਸਰਕਾਰ ਚੱਲ ਰਹੀ ਹੈ। ਆਪਸ ਦੇ ਵਿੱਚ ਕੈਪਟਨ ਤੇ ਬਾਦਲ ਰਲੇ ਹੋਏ ਨੇ, ਇਦੋਂ ਵੱਡਾ ਸਬੂਤ ਨਹੀਂ ਹੁਣ ਹੋ ਸਕਦਾ। ਜਸਟਿਸ ਜੋਰਾ ਸਿੰਘ ਦੀ ਰਿਪੋਰਟ, ਬਾਦਲਾਂ ਦਾ ਟੱਬਰ ਕਹਿੰਦਾ ਸਾਨੂੰ ਨਾ ਮਨਜ਼ੂਰ ਹੈ ਜੀ। ਜਸਟਿਸ ਰਣਜੀਤ ਸਿੰਘ ਦੀ ਰਿਪੋਰਟ, ਬਾਦਲਾਂ ਦਾ ਟੱਬਰ ਕਹਿੰਦਾ ਨਾ ਮਨਜ਼ੂਰ ਹੈ ਜੀ। SIT ਦਾ ਮੁਖੀ ਕੁੰਵਰ ਵਿਜੇ ਪ੍ਰਤਾਪ, ਬਾਦਲਾਂ ਦਾ ਟੱਬਰ ਕਹਿੰਦਾ ਜੀ ਸਾਨੂੰ ਨਾ ਮਨਜ਼ੂਰ ਹੈ। SIT ਦੀ ਰਿਪੋਰਟ, ਬਾਦਲਾਂ ਦਾ ਟੱਬਰ ਕਹਿੰਦਾ ਇਹ ਸਾਨੂੰ ਨਾ ਮਨਜ਼ੂਰ ਹੈ। ਮੈਨੂੰ ਇਹ ਦੱਸੋ ਜੀ ਕਿ ਬਾਦਲਾਂ ਦਾ ਟੱਬਰ ਜਿਹੜਾ ਹੈ ਉਹ ਆਪਦੇ ਖਿਲਾਫ ਜਾਂਚ ਕਰਵਾ ਰਿਹਾ ਜਾਂ ਕਿਸੇ ਦੇ ਖਿਲਾਫ ਜਾਂਚ ਕਰ ਰਿਹਾ? ਕੀ ਦੋਸ਼ੀਆਂ 'ਚ, ਜਿਨ੍ਹਾਂ ਦਾ ਨਾਮ ਦੋਸ਼ੀਆਂ 'ਚ ਹੋਵੇ,
ਉਹ ਆਪਦੀ ਮਰਜ਼ੀ ਦੀ SIT ਬਣਾਉਂਦੇ ਹੁੰਦੇ ਨੇ ਕਿ ਮੈਨੂੰ ਇੱਕ ਆਹ ਦੇ ਦਿਓ ਜੀ ਅਫਸਰ, ਇੱਕ ਆਹ ਦੇ ਦਿਓ, ਇਹ ਜਾਂਚ ਕਰਨਗੇ ਮੇਰੀ, ਆਹ ਨਹੀਂ ਮਨਜ਼ੂਰ, ਆਹ ਦੇ ਦਿਓ। ਮਤਲਬ ਜੇ ਪੁਲਿਸ ਦੇ ਵਿੱਚ ਕੋਈ ਕੇਸ ਹੋ ਜਾਂਦੇ ਨੇ, ਇੱਕ ਧਿਰ ਕਹਿੰਦੀ ਹੈ ਜੀ ਮੇਰੇ ਤੇ ਝੂਠਾ ਪਰਚਾ ਪਾਇਆ, ਉਹ ਇਨਕੁਆਇਰੀ ਲਵਾ ਲੈਂਦੇ ਨੇ। ਕੀ ਉਸ ਜਿਹੜੇ ਪਰਚੇ ਦੇ ਵਿੱਚ ਨਾਮ ਆਇਆ ਜਿਹਦਾ, ਉਹਨੂੰ ਪੁੱਛ ਕੇ ਲਾਇਆ ਜਾਂਦਾ ਇਨਕੁਆਇਰੀ ਕਮਿਸ਼ਨ ਕਿ ਕਿਹੜੇ SSP ਤੋਂ ਜਾਂ ਕਿਹੜੇ SP ਤੋਂ ਜਾਂ ਕਿਹੜੇ DSP ਤੋਂ ਕਰਾਉਣੀ ਹੈ? ਤੇ ਬਾਦਲਾਂ ਨੂੰ ਕਿਉਂ ਪੁੱਛਿਆ ਜਾ ਰਿਹਾ ਵੀ ਦੱਸੋ ਜੀ ਤੁਹਾਡੇ ਵਿਰੁੱਧ ਜਾਂਚ ਦੇ ਵਿੱਚ ਕੌਣ ਕੌਣ ਲੈ ਕੇ ਆਈਏ? ਕੁੰਵਰ ਵਿਜੇ ਪ੍ਰਤਾਪ ਨੇ ਤਾਂ ਇੱਥੋਂ ਤੱਕ ਕਿਹਾ ਕਿ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਆ ਰਹੀਆਂ ਨੇ। ਇੱਕ IG ਨੂੰ ਕੌਣ ਧਮਕੀ ਦੇ ਰਿਹਾ? ਹੋਮ ਮਿਨਿਸਟਰ ਕੌਣ ਹੈ? ਹੋਮ ਮਿਨਿਸਟਰ ਕੈਪਟਨ ਸਾਹਿਬ ਹੈ। ਉਹ ਜਾਂਚ ਕਿਉਂ ਨਹੀਂ ਕਰਾਉਂਦੇ? ਹੋਮ ਮਿਨਿਸਟਰ ਦਾ ਫਰਜ਼ ਬਣਦਾ ਹੈ ਕਿ ਉਹ ਆਪਦੀਆਂ ਜਿਹੜੀਆਂ ਫੋਰਸਿਸ ਨੇ ਉਹਨਾਂ ਦੀ ਰੱਖਿਆ ਕਰੇ। ਤੇ ਇੱਕ IG ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਆ ਰਹੀਆਂ ਨੇ ਕਿ ਰਿਪੋਰਟ ਬਦਲ ਲੈ, ਤੇ IG ਕਹਿ ਰਿਹਾ ਮੈਂ ਪਰਮਾਤਮਾ ਨੇ ਮੈਨੂੰ ਬਚਾਇਆ ਹੋਇਆ, ਮੈਂ ਗੁਰੂ ਗੋਬਿੰਦ ਸਿੰਘ ਜੀ ਦਾ ਆਸ਼ੀਰਵਾਦ ਹੈ ਕਿ ਮੈਂ ਉੱਥੋਂ ਧਰਤੀ ਤੋਂ ਜੰਮਿਆ ਹੋਇਆ, ਪਟਨੇ ਦੀ ਧਰਤੀ ਤੋਂ, ਤਾਂ ਮੈਂ ਝੂਠ ਨਹੀਂ ਬੋਲਣਾ ਤੇ ਮੈਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰੂੰਗਾ। ਪਹਿਲੇ ਦਿਨ ਹੀ ਅਕਿਊਜ਼ਡ, ਜਿਨ੍ਹਾਂ ਨੂੰ ਅਕਿਊਜ਼ਡ ਲਿਖਿਆ ਸੁਖਬੀਰ ਬਾਦਲ ਹੋਰੀ, ਜਿਹੜੇ ਸੁਖਬੀਰ ਬਾਦਲ ਹੋਰੀ ਕੌਣ ਹੁੰਦੇ ਨੇ ਕਿ ਇਹ SIT ਦਾ ਜਿਹੜਾ ਪ੍ਰਧਾਨ ਬਦਲ ਦਿਓ ਜੀ, ਇਹਦਾ ਮੁਖੀ ਬਦਲ ਦਿਓ ਜੀ, ਆਹ ਲਾ ਦਿਓ ਜੀ, ਉਹ ਲਾ ਦਿਓ ਜੀ। ਸੋ ਇਸ ਕਰਕੇ ਕੁੰਵਰ ਵਿਜੇ ਪ੍ਰਤਾਪ ਹੋਰਾਂ 'ਤੇ ਸਾਨੂੰ ਕੋਈ ਸ਼ੱਕ ਨਹੀਂ। ਉਹ ਤਾਂ ਕਹਿੰਦੇ ਨੇ ਕਿ ਜਿਹੜੇ ਮੇਰੇ ਕੋਲ ਇੰਨੇ ਸਬੂਤ ਹੈਗੇ ਨੇ ਕਿ ਜਿਹਦੇ ਨਾਲ ਸਾਰੇ ਫਸਦੇ ਨੇ, ਪੁਲਿਸ ਅਫਸਰ ਵੀ, ਗੋਲੀ ਚਲਾਉਣ ਵਾਲੇ, ਤੇ ਨਾਲ ਉਹਨਾਂ ਨੂੰ ਆਰਡਰ ਦੇਣ ਵਾਲੇ। ਦੇਖੋ ਇੱਥੋਂ ਵਾਲੀ ਸਰਕਾਰ ਜਦੋਂ ਕੋਆਪਰੇਟ ਨਹੀਂ ਕਰ ਰਹੀ ਤਾਂ ਹਰਿਆਣੇ ਤੋਂ ਕੀ ਉਮੀਦ ਕਰੋਗੇ? ਜਿਨ੍ਹਾਂ ਨੇ ਗੁਟਕਾ ਸਾਹਿਬ ਦੀਆਂ ਸਹੁੰਆਂ ਖਾਧੀਆਂ ਕਿ ਅਸੀਂ ਜਾਂਚ ਕਰਾਵਾਂਗੇ, ਤਸੱਲੀ ਨਾਲ ਜਾਂਚ ਕਰਾਂਗੇ, ਨਿਰਪੱਖ ਜਾਂਚ ਕਰਾਵਾਂਗੇ, ਜਦੋਂ ਉਹੀ ਨਹੀਂ ਸਾਥ ਦੇ ਰਹੇ, ਫਿਰ ਆਪਾਂ ਕਿਸੇ ਬਗਾਨੇ ਤੋਂ ਕੀ ਉਮੀਦ ਕਰ ਸਕਦੇ ਹਾਂ? ਸੋ ਇਹ ਸ਼ਰੇਆਮ ਇਹ ਜਿਹੜੀ ਕਾਂਗਰਸ ਸਰਕਾਰ ਨੇ ਕੈਪਟਨ ਸਰਕਾਰ ਦਾ ਜਿਹੜਾ ਕਰਜ਼ਾ ਚੜ੍ਹਿਆ ਸੀ ਉਹ ਵਿਆਜ ਸਮੇਤ ਮੋੜਿਆ ਕਿ ਤੁਸੀਂ ਸਾਡੇ ਤੋਂ ਕੇਸ ਵਾਪਸ ਲਏ ਸੀ, ਅਸੀਂ ਤੁਹਾਡੇ ਤੋਂ ਕੇਸ ਵਾਪਸ ਲਏ। ਮੈਂ ਤਾਂ ਕਹਿੰਦਾ ਕਿ ਅਤੁਲ ਨੰਦਾ ਜੀ ਇੱਕ ਦੱਸ ਦੇਣ ਵੀ ਆਹ ਕੇਸ ਆਪਾਂ ਪੰਜਾਬ ਸਰਕਾਰ ਵਾਸਤੇ ਜਿੱਤ ਕੇ ਦਿੱਤਾ। ਜਿਹੜਾ ਕੇਸ ਹਾਰਨਾ ਹੁੰਦਾ ਉਹ ਅਤੁਲ ਨੰਦਾ ਨੂੰ ਦੇ ਦਿੰਦੇ ਨੇ। ਹਾਰਨ ਵਾਸਤੇ ਰੱਖਿਆ ਚਿੱਟਾ ਹਾਥੀ, ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਵਾਲਾ, ਹੋਰ ਕਿੰਨੇ ਕੇਸ ਨੇ ਜਿਹੜੇ ਪੁੱਟ ਅਪ ਹੀ ਨਹੀਂ ਕੀਤੇ ਵਧੀਆ ਤਰੀਕੇ ਨਾਲ। ਕਈ ਜਗ੍ਹਾ ਤਾਂ ਗਏ ਹੀ ਨਹੀਂ, ਸੁਮੇਧ ਸੈਣੀ ਵਾਲੇ ਕੇਸ 'ਚ ਗਏ ਹੀ ਨਹੀਂ, ਪੇਸ਼ ਹੀ ਨਹੀਂ ਹੋਇਆ ਕੋਈ। ਲੈ ਲਓ ਜੀ ਆਪਣੀਆਂ ਮਨਮਰਜ਼ੀ ਨਾਲ ਜ਼ਮਾਨਤਾਂ। ਇਸ ਕੇਸ ਦੇ ਵਿੱਚ ਵੀ ਜੱਜ ਬਹਿਸ ਵਾਸਤੇ ਕਹਿੰਦੇ ਰਹੇ, ਉਹ ਕਹਿੰਦੇ ਨਾ ਜੀ SIT ਖਾਰਜ ਕਰ ਦਿਓ। ਪੰਜਾਬ ਸਰਕਾਰ ਕਹਿ ਰਹੀ ਹੈ ਕਿ ਖਾਰਜ ਕਰ ਦਿਓ ਜੀ, ਰਿਪੋਰਟ ਖਾਰਜ ਕਰ ਦਿਓ, ਬਾਅਦ 'ਚ ਬਣਾ ਲਾਂਗੇ। ਹੁਣ ਇਹ ਵੀ ਇਹ ਮੈਨੂੰ ਸਮਝ ਨਹੀਂ ਆਉਂਦਾ ਕਿ ਇਹ ਕਿਸ ਤਰ੍ਹਾਂ ਉਹਨਾਂ ਨੇ ਮਨਜ਼ੂਰ ਕਰਵਾ ਲਿਆ ਕਿ ਹਾਈ ਕੋਰਟ ਇਹ ਕਹਿ ਸਕਦੀ ਹੈ ਕਿ ਨਵੀਂ SIT ਬਣਾ ਦਿਓ, ਪਰ ਇਹ ਥੋੜ੍ਹੀ ਕਹਿ ਸਕਦੀ ਹੈ ਕਿ ਆਹ ਬੰਦਾ ਪਾਰਟੀਕੂਲਰ ਹੋਣਾ ਨਹੀਂ ਚਾਹੀਦਾ ਉਹ 'ਚ। ਫਿਰ ਆਪ ਹੀ ਬਣਾ ਦਿੰਦੇ ਹਾਈ ਕੋਰਟ ਵਾਲੇ SIT ਕਿ ਆਹ SIT ਹੋਊਗੀ। ਸੋ ਬਹਿਬਲ ਕਲਾਂ ਗੋਲੀकांड ਦੇ ਮਾਮਲੇ ਦੇ ਵਿੱਚ ਕੈਪਟਨ ਦੀ ਸਰਕਾਰ ਅਤੇ ਜਿਹੜੀ ਵਿਰੋਧੀ ਧਿਰ ਹੈਗੀ ਹੈ ਆਮ ਆਦਮੀ ਪਾਰਟੀ, ਦੋਵਾਂ ਦੇ ਬਿਆਨ ਆਪਾਂ ਸੁਣ ਲਏ ਨੇ। ਤੇ ਜੇ ਹੁਣ ਕਟਹਿਰੇ ਦੇ ਵਿੱਚ ਖੜੀ ਜਿਹੜੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ, ਜਦੋਂ ਬੇਅਦਬੀ ਕਾਂਡ ਵਾਪਰਿਆ ਸੀ ਉਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੁੰਦੀ ਸੀ, ਉਸ ਪਾਰਟੀ ਦਾ ਕੀ ਕਹਿਣਾ ਹੈ? ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਹੈ ਕਿ ਕੋਟਕਪੂਰਾ ਗੋਲੀकांड ਮਾਮਲੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਫੈਸਲੇ ਨੇ ਸਪਸ਼ਟ ਕਰ ਦਿੱਤਾ ਹੈ ਕਿ ਕੈਪਟਨ ਦਾ ਮੰਤਵ ਬਾਦਲ ਪਰਿਵਾਰ ਨੂੰ ਕੇਸ ਦੇ ਵਿੱਚ ਫਸਾਉਣਾ ਹੈ। ਕੈਪਟਨ ਨੇ ਜਾਂਚ ਦੇ ਨਾਂ ਤੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਤੇ ਇਸੇ ਕੰਮ 'ਚ 4 ਸਾਲ ਬਰਬਾਦ ਕਰ ਦਿੱਤੇ। ਸੋ ਯਾਨੀ ਕਿ ਅਕਾਲੀ ਮੰਨਦੇ ਨੇ ਕਿ ਇਹ ਫੈਸਲਾ ਹਾਈ ਕੋਰਟ ਨੇ ਸਹੀ ਕੀਤਾ, ਉਹਨਾਂ ਦੇ ਹੱਕ ਵਿੱਚ ਹੋਇਆ ਹੈ, ਕਿਉਂਕਿ ਕੈਪਟਨ IG ਵਿਜੇ ਪ੍ਰਤਾਪ ਸਿੰਘ ਨੂੰ ਇਸ ਜਾਂਚ ਦੇ ਵਿੱਚ ਲਾ ਕੇ ਸਾਨੂੰ ਫਸਾਉਣਾ ਚਾਹੁੰਦੇ ਸੀ। ਸੋ ਇਹ ਵੱਖੋ ਵੱਖਰੇ ਤਰ੍ਹਾਂ ਦੇ ਬਿਆਨ ਨੇ ਜਿਹੜੇ ਉਹ ਆ ਰਹੇ ਨੇ। ਹਾਲਾਂਕਿ ਬਾਕੀ ਜਿਹੜੀਆਂ ਪਾਰਟੀਆਂ ਨੇ ਪੰਜਾਬ ਦੀਆਂ, ਚਾਹੇ ਕਾਂਗਰਸ ਹੈ, ਆਮ ਆਦਮੀ ਪਾਰਟੀ ਹੈ, ਅਕਾਲੀ ਦਲ ਡੈਮੋਕ੍ਰੈਟਿਕ ਹੈ, ਸਾਰੇ ਹਾਈ ਕੋਰਟ ਦੇ ਇਸ ਫੈਸਲੇ ਦੀ ਕਾਫੀ ਨਿਖੇਧੀ ਕਰ ਰਹੇ ਨੇ। ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਜਿਹੜੀ ਕਿ ਸੁਖਦੇਵ ਸਿੰਘ ਢੀਂਡਸਾ ਦੀ ਪਾਰਟੀ ਹੈ, ਉਹਨਾਂ ਨੇ ਵੀ ਕਿਹਾ ਕਿ ਬਹੁਤ ਹੀ ਮੰਦਭਾਗਾ ਫੈਸਲਾ ਹੈ। ਹਵਾਰਾ ਕਮੇਟੀ ਨੇ ਵੀ ਕਿਹਾ ਹੈ ਕਿ IG ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਸਾਜ਼ਿਸ਼ ਦੇ ਵਿੱਚ ਫਸਾਇਆ ਗਿਆ ਹੈ। ਇਸੇ ਤਰ੍ਹਾਂ ਜਿਹੜੀਆਂ ਧਾਰਮਿਕ ਜਥੇਬੰਦੀਆਂ ਨੇ ਉਹ ਵੀ ਮੈਦਾਨ ਦੇ ਵਿੱਚ ਹੁਣ ਹਾਈ ਕੋਰਟ ਦੇ ਫੈਸਲੇ ਦੇ ਖਿਲਾਫ ਨਿਤਰਨਗੀਆਂ। ਇਸ ਮਾਮਲੇ ਦੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਫੈਸਲੇ ਦੇ ਵਿਰੁੱਧ ਸਿੱਖ ਜਥੇਬੰਦੀਆਂ ਦੇ ਗੱਠਜੋੜ ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨ ਨੇ ਪੀੜਤ ਪਰਿਵਾਰਾਂ ਦੇ ਨਾਲ ਮਿਲ ਕੇ 13 ਅਪ੍ਰੈਲ ਨੂੰ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਪੰਜਾਬ ਦੇ ਵਿੱਚ ਬੇਰੁਜ਼ਗਾਰ ਅਧਿਆਪਕਾਂ ਦੇ ਬੁਰੇ ਹਾਲਾਤ ਨੇ। ਪਟਿਆਲਾ ਦੇ ਵਿੱਚ ਬੇਰੁਜ਼ਗਾਰ ਅਧਿਆਪਕ ਐਤਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਦਾ ਘਿਰਾਓ ਕਰਨ ਪਹੁੰਚੇ ਸੀ, ਪਰ ਇੱਥੇ ਅਧਿਆਪਕਾਂ ਦਾ ਪ੍ਰਦਰਸ਼ਨ ਮਰਨ ਮਰਾਉਣ ਤੱਕ ਪਹੁੰਚ ਗਿਆ। ਪਟਿਆਲਾ ਦੇ ਵਿੱਚ ਪਾਣੀ ਵਾਲੀ ਟੈਂਕੀ ਦੇ ਉੱਤੇ 2 ਜਿਹੜੇ ਬੇਰੁਜ਼ਗਾਰ ਅਧਿਆਪਕ ਬੈਠੇ ਨੇ, 21 ਦਿਨਾਂ ਤੋਂ ਭੁੱਖੇ ਪਿਆਸੇ ਨੇ, ਹਾਲਤ ਉਹਨਾਂ ਦੀ ਖਰਾਬ ਹੋ ਗਈ ਹੈ। ਤੇ ਜਿਹੜੇ ਪਟਿਆਲੇ ਬੇਰੁਜ਼ਗਾਰ ਅਧਿਆਪਕ ਪ੍ਰਦਰਸ਼ਨ ਕਰਨ ਲਈ ਪਹੁੰਚੇ, ਉਹਨਾਂ ਨਾਲ ਵੀ ਪੁਲਿਸ ਨੇ ਚੰਗੀ ਨਹੀਂ ਗੁਜ਼ਾਰੀ।
ਪੁਲਿਸ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਊ ਮੋਤੀ ਬਾਗ ਪੈਲੇਸ ਦੇ ਘਿਰਾਓ ਲਈ ਜਾ ਰਹੇ ਬੇਰੁਜ਼ਗਾਰ ਸਾਂਝਾ ਮੋਰਚਾ ਦੇ ਕਾਰਕੁਨਾਂ ਤੇ ਮੋਤੀ ਮਹਿਲ ਦੀ ਪਹਿਰੇਦਾਰੀ ਲਈ ਜਿਹੜੀ ਤੈਨਾਤ ਪੁਲਿਸ ਹੈ ਉਸ ਦੇ ਵੱਲੋਂ ਲਾਠੀਚਾਰਜ ਕੀਤਾ ਗਿਆ। ਕੁਝ ਪ੍ਰਦਰਸ਼ਨਕਾਰੀਆਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਵੀ ਲੈ ਲਿਆ, ਜਿਨ੍ਹਾਂ ਦੇ ਵਿੱਚ ਬੇਰੁਜ਼ਗਾਰ ਕੁੜੀਆਂ ਵੀ ਸਨ। ਬੇਰੁਜ਼ਗਾਰ ਅਧਿਆਪਕ ਆਪਣੇ ਰੁਜ਼ਗਾਰ ਪ੍ਰਾਪਤੀ ਦੇ ਲਈ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਦੇ ਰਾਹ ਪਏ ਹੋਏ ਨੇ, ਜਿਸ ਦੇ ਤਹਿਤ ਹੀ ਉਹਨਾਂ ਨੇ ਐਤਵਾਰ ਨੂੰ ਸੀਐਮ ਦੇ ਪੈਲੇਸ ਦੇ ਘਿਰਾਓ ਦਾ ਪ੍ਰੋਗਰਾਮ ਰੱਖਿਆ ਸੀ। ਪਰ ਜਿਵੇਂ ਹੀ ਬੇਰੁਜ਼ਗਾਰ ਅਧਿਆਪਕ ਠੀਕਰੀਵਾਲਾ ਚੌਂਕ ਤੋਂ ਪੈਲੇਸ ਵੱਲ ਵਧੇ ਤਾਂ ਰਾਹ ਵਿੱਚ ਪੁਲਿਸ ਨੇ ਉਹਨਾਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਲਾਠੀਚਾਰਜ ਕਰਨਾ ਸ਼ੁਰੂ ਕਰ ਦਿੱਤਾ। ਪੁਲਿਸ ਨੇ ਜਦੋਂ ਇਹਨਾਂ ਅਧਿਆਪਕਾਂ ਨੂੰ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲੈਣਾ ਸ਼ੁਰੂ ਕੀਤਾ ਤਾਂ ਇਹ ਸਾਰੇ ਪਟਿਆਲਾ ਸੰਗਰੂਰ ਰੋਡ ਵੱਲ ਚਲੇ ਗਏ ਤੇ ਸੜਕ ਤੇ ਧਰਨਾ ਲਾ ਦਿੱਤਾ। ਇਸ ਦੌਰਾਨ ਪੁਲਿਸ ਨੇ ਇੱਥੇ ਮੁੜ ਸਖਤੀ ਵਰਤੀ ਤਾਂ ਯੂਨੀਅਨ ਦੇ 2 ਮੈਂਬਰ ਅਮਨ ਫਾਜ਼ਿਲਕਾ ਤੇ ਭਾਰਤ ਫਾਜ਼ਿਲਕਾ ਨੇ ਭਾਖੜਾ ਨਹਿਰ ਦੇ ਵਿੱਚ ਹੀ ਛਾਲ ਮਾਰ ਦਿੱਤੀ। ਪੁਲਿਸ ਦੀ ਦਹਿਸ਼ਤ ਤੋਂ ਡਰਦਿਆਂ ਨੇ ਕਿ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਨਾ ਕਰ ਲਏ, ਪਰ ਉੱਥੇ ਗੋਤਾਖੋਰਾਂ ਨੇ ਦੋਵਾਂ ਨੂੰ ਬਚਾ ਲਿਆ। ਇਹ ਰਾਹਤ ਭਰੀ ਖਬਰ ਹੈ। ਕਿਸਾਨਾਂ ਨੇ ਜਿਹੜਾ 24 ਘੰਟਿਆਂ ਦੇ ਲਈ KMP ਤੇ KJP ਹਾਈਵੇ ਨੂੰ ਜਾਮ ਕੀਤਾ ਸੀ, ਉਹ ਐਤਵਾਰ ਦੀ ਸਵੇਰ ਯਾਨੀ ਕਿ 11 ਅਪ੍ਰੈਲ ਦੀ ਸਵੇਰੇ 8 ਵਜੇ ਖੋਲ੍ਹ ਦਿੱਤਾ ਤੇ ਸਰਕਾਰ ਨੂੰ ਚੇਤਾਵਨੀ ਵੀ ਦਿੱਤੀ ਹੈ। ਇਸ ਜਾਮ ਦੇ ਵਿੱਚ ਵੱਖ-ਵੱਖ ਸੂਬਿਆਂ ਤੋਂ ਵੱਡੀ ਗਿਣਤੀ ਦੇ ਵਿੱਚ ਕਿਸਾਨ ਪਹੁੰਚੇ। ਸਵੇਰੇ ਜਦੋਂ ਜਾਮ ਨੂੰ ਖੋਲ੍ਹਿਆ ਤਾਂ ਆਵਾਜਾਈ ਬਹਾਲ ਹੋ ਗਈ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ KMP ਯਾਨੀ ਕਿ ਕੁੰਡਲੀ ਮਾਨੇਸਰ ਪਲਵਲ ਤੇ ਕੁੰਡਲੀ ਗਾਜ਼ੀਆਬਾਦ ਪਲਵਲ ਹਾਈਵੇ ਨੂੰ 24 ਘੰਟਿਆਂ ਲਈ ਜਾਮ ਕੀਤਾ ਗਿਆ ਸੀ ਤੇ ਇਹ ਮਾਰਗ ਦਿੱਲੀ ਦੀਆਂ ਹੱਦਾਂ ਨੂੰ ਜੋੜਦਾ ਹੈ। ਇਸ ਮੌਕੇ ਚੇਤਾਵਨੀ ਦਿੱਤੀ ਹੈ ਕਿਸਾਨ ਲੀਡਰਾਂ ਨੇ ਕਿ ਜੇ ਸਰਕਾਰ ਕਿਸਾਨਾਂ ਦੀਆਂ ਮੰਗਾਂ ਨੂੰ ਨਹੀਂ ਮੰਨਦੀ ਤਾਂ ਸਰਕਾਰ ਤੇ ਦਬਾਅ ਬਣਾਉਣ ਦੇ ਲਈ ਅਸੀਂ ਹਰ ਤਰ੍ਹਾਂ ਦੇ ਢੰਗ ਤਰੀਕੇ ਵਰਤਾਂਗੇ। ਤੇ ਕਿਸਾਨਾਂ ਦੇ ਇਸ ਜਾਮ ਦੇ ਮੱਦੇਨਜ਼ਰ 10 ਤਰੀਕ ਨੂੰ ਜਦੋਂ ਕਿਸਾਨਾਂ ਨੇ ਇਹ ਜਾਮ ਸ਼ੁਰੂ ਕੀਤਾ ਸੀ ਸ਼ਨੀਵਾਰ ਨੂੰ, ਤਾਂ ਉਸੇ ਦਿਨ ਹੀ ਖੇਤੀਬਾੜੀ ਮੰਤਰੀ ਨੇ ਜਿਹੜੀ ਰਾਏ ਹੈ ਉਹ ਕਿਸਾਨਾਂ ਨੂੰ ਦਿੱਤੀ। ਇੱਕ ਸ਼ਰਤ ਭਰੀ ਸਲਾਹ ਦਿੱਤੀ ਕਿ ਕਰੋਨਾ ਬਹੁਤ ਵੱਧ ਗਿਆ, ਤੁਸੀਂ ਅੰਦੋਲਨ ਖਤਮ ਕਰਕੇ ਆਪੋ ਆਪਣੇ ਘਰਾਂ ਨੂੰ ਚਲੇ ਜਾਓ। ਤਾਂ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਨੇ ਸਖਤ ਜਵਾਬ ਦਿੱਤਾ ਹੈ। ਬੁਰਜਗਿੱਲ ਨੇ ਕਿਹਾ ਕਿ ਜੇ ਸਰਕਾਰ ਕਰੋਨਾ ਤੇ ਲੋਕਾਂ ਦੀ ਸਿਹਤ ਨੂੰ ਲੈ ਕੇ ਇੰਨੀ ਫਿਕਰਮੰਦ ਹੈ ਤਾਂ ਕਰੋਨਾ ਦੇ ਦੌਰਾਨ ਕਾਲੇ ਕਾਨੂੰਨ ਲਿਆਂਦੇ ਹੀ ਕਿਉਂ ਗਏ। ਦੇਸ਼ ਭਰ ਦੇ ਕਿਸਾਨ ਇਹਨਾਂ ਕਾਨੂੰਨਾਂ ਨੂੰ ਮੌਤ ਦੇ ਵਾਰੰਟ ਮੰਨਦੇ ਨੇ ਤੇ ਇਸੇ ਕਰਕੇ ਮੋਰਚਿਆਂ ਤੇ ਡਟੇ ਹੋਏ ਨੇ। ਸਰਕਾਰ ਕਾਨੂੰਨ ਰੱਦ ਕਰ ਦੇਵੇ, ਫਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ ਤੇ ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾ ਦੇਵੇ ਤਾਂ ਸਾਰੇ ਕਿਸਾਨ ਉਦੋਂ ਹੀ ਘਰਾਂ ਨੂੰ ਚਲੇ ਜਾਣਗੇ। ਇਹ ਤਾਂ ਸਿੰਪਲ ਹੈ, ਅਸੀਂ ਤੁਹਾਨੂੰ ਕਦੋਂ ਦੇ ਦੱਸ ਰਹੇ ਹਾਂ, ਪਰ ਤੁਸੀਂ ਸਾਡੀ ਗੱਲ ਮੰਨ ਹੀ ਨਹੀਂ ਰਹੇ। ਦਿੱਲੀ ਪੁਲਿਸ ਤੇ ਨੌਜਵਾਨ ਲੀਡਰ ਲੱਖਾ ਸਿਧਾਣਾ ਦੇ ਭਰਾ ਦੀ ਕੁੱਟਮਾਰ ਕਰਨ ਦੇ ਦੋਸ਼ ਲੱਗੇ ਨੇ। ਲੱਖੇ ਸਿਧਾਣੇ ਦੇ ਚਾਚੇ ਦੇ ਪੁੱਤ ਗੁਰਦੀਪ ਸਿੰਘ ਉੱਤੇ ਦਿੱਲੀ ਪੁਲਿਸ ਦੇ ਵੱਲੋਂ ਪਟਿਆਲਾ ਤੋਂ ਗ੍ਰਿਫਤਾਰ ਕਰਕੇ ਤਸ਼ੱਦਦ ਦੇ ਦੋਸ਼ ਲੱਗੇ ਨੇ। 3 ਦਿਨ ਪਹਿਲਾਂ ਗੁਰਦੀਪ ਸਿੰਘ ਪਟਿਆਲੇ ਪੇਪਰ ਦੇਣ ਗਿਆ ਸੀ, ਜਿੱਥੋਂ ਉਸ ਨੂੰ ਦਿੱਲੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਲੱਖਾ ਸਿਧਾਣਾ ਨੇ ਖੁਦ ਇਸ ਦੀ ਜਾਣਕਾਰੀ ਦਿੱਤੀ ਤੇ ਹੁਣ ਸਵਾਲ ਚੁੱਕੇ ਨੇ ਕਿ ਦਿੱਲੀ ਦੀ ਪੁਲਿਸ ਪਟਿਆਲਾ 'ਚ ਆ ਕੇ ਕਿਵੇਂ ਪੰਜਾਬ ਪੁਲਿਸ ਦੀ ਬਿਨਾਂ ਜਾਣਕਾਰੀ ਤੋਂ ਕਿਸੇ ਵੀ ਨੌਜਵਾਨ ਨੂੰ ਗ੍ਰਿਫਤਾਰ ਕਰ ਸਕਦੀ ਹੈ। ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਪੁਲਿਸ ਦਬਾਅ ਬਣਾ ਰਹੀ ਹੈ ਕਿ ਲੱਖਾ ਸਿਧਾਣਾ ਅੰਦੋਲਨ ਤੋਂ ਪਿੱਛੇ ਹਟ ਜਾਵੇ। ਲੱਖਾ ਸਿਧਾਣਾ ਨੇ ਦੱਸਿਆ ਕਿ ਉਸ ਦੇ ਭਰਾ ਨੂੰ ਦਿੱਲੀ ਪੁਲਿਸ ਨੇ ਸਿਰਫ ਗ੍ਰਿਫਤਾਰ ਹੀ ਨਹੀਂ ਕੀਤਾ ਬਲਕਿ ਉਸ ਤੇ ਤਸ਼ੱਦਦ ਵੀ ਕੀਤਾ ਹੈ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਤੇ ਕੁੱਟਮਾਰ ਦੇ ਦੋਸ਼ਾਂ ਤੋਂ ਬਾਅਦ ਇਹ ਮਸਲਾ ਭਖ ਗਿਆ ਹੈ। ਪੰਜਾਬ ਦੇ ਵਿਧਾਇਕ ਨਵਜੋਤ ਸਿੰਘ ਸਿੱਧੂ ਨੇ ਵੀ ਇਸ ਘਟਨਾ ਦੀ ਨਿੰਦਿਆ ਕੀਤੀ ਹੈ। ਇਸ ਦੀ ਆਵਾਜ਼ ਚੁੱਕੀ ਹੈ। ਲੱਖਾ ਸਿਧਾਣਾ ਨੇ ਪੰਜਾਬੀਆਂ ਨੂੰ ਖਬਰਦਾਰ ਕੀਤਾ ਕਿਹਾ ਕਿ ਅਜਿਹਾ ਕਿਸੇ ਨਾਲ ਵੀ ਹੋ ਸਕਦਾ, ਇਸ ਲਈ ਹੁਣ ਆਵਾਜ਼ ਚੁੱਕਣ ਦੀ ਲੋੜ ਹੈ ਤੇ ਦਿੱਲੀ ਪੁਲਿਸ ਦਾ ਸਾਡੇ ਪੰਜਾਬ ਦੇ ਵਿੱਚ ਆ ਕੇ ਸਾਡੇ ਅਧਿਕਾਰ ਖੇਤਰ ਵਿੱਚ ਆ ਕੇ ਪੰਜਾਬੀਆਂ ਦੇ ਉੱਤੇ ਤਸ਼ੱਦਦ ਕਰਨਾ ਸ਼ਰਮਨਾਕ ਹੈ। ਇਸ ਤੋਂ ਸ਼ਰਮਨਾਕ ਹੋਰ ਕੀ ਹੋ ਸਕਦਾ ਹੈ। ਕਿਹੋ ਜਿਹੇ ਹਾਲਾਤ ਨੇ ਜਿਹੜੇ ਉਹ ਬਣੇ ਹੋਏ ਨੇ। ਸਿੱਧੂ ਨੇ ਇਸ ਮਾਮਲੇ ਵਿੱਚ ਪੰਜਾਬ ਸਰਕਾਰ ਦੀ ਨਲਾਇਕੀ ਤੇ ਵੀ ਸਵਾਲ ਚੁੱਕੇ ਨੇ। ਸਿੱਧੂ ਨੇ ਕਿਹਾ ਕਿ ਆਖਿਰਕਾਰ ਇਹ ਕਿਸ ਦੀ ਸ਼ੈ ਤੇ ਹੋ ਰਿਹਾ ਹੈ। ਸਾਨੂੰ ਮਮਤਾ ਬੈਨਰਜੀ ਤੋਂ ਸਬਕ ਸਿੱਖਣਾ ਚਾਹੀਦਾ ਹੈ, ਜਿਸ ਨੇ ਪੱਛਮੀ ਬੰਗਾਲ ਦੇ ਅਧਿਕਾਰ ਖੇਤਰ ਵਿੱਚ ਘੁਸਪੈਠ ਕਰਨ ਸਮੇਂ CBI ਨੂੰ ਵੀ ਸਲਾਖਾਂ ਦੇ ਪਿੱਛੇ ਕਰ ਦਿੱਤਾ ਸੀ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ 18 ਅਪ੍ਰੈਲ ਨੂੰ ਭਗਤਾਂਵਾਲੀ ਵਿੱਚ ਖੇਤੀ ਕਾਨੂੰਨਾਂ ਦੇ ਖਿਲਾਫ ਲੋਕਾਂ ਦੇ ਵੱਡੇ ਇਕੱਠ ਦਾ ਐਲਾਨ ਕੀਤਾ। ਕੱਥੂ ਨੰਗਲ ਦੇ ਅਲਕੜੇ ਪਿੰਡ ਦੇ ਵਿੱਚ 12 ਅਪ੍ਰੈਲ ਨੂੰ ਬੀਬੀਆਂ ਨੂੰ ਲਾਮਬੰਦ ਕਰਨ ਦੇ ਲਈ ਖਾਸ ਵਰਕਸ਼ਾਪ ਬੀਬੀਆਂ ਦੇ ਵਾਸਤੇ ਰੱਖੀ ਗਈ ਹੈ ਤੇ 13 ਅਪ੍ਰੈਲ ਨੂੰ ਖਾਲਸਾ ਸਿਰਜਣਾ ਦਿਹਾੜੇ ਮੌਕੇ ਜੰਡਿਆਲਾ ਗੁਰੂ ਅੰਮ੍ਰਿਤਸਰ ਵਿੱਚ ਦਾਣਾ ਮੰਡੀ ਦੇ ਵਿੱਚ ਵਿਸਾਖੀ ਤੇ ਜਲਿਆਂਵਾਲਾ ਬਾਗ ਦੇ ਸ਼ਹੀਦਾਂ ਦੀ ਯਾਦ ਵਿੱਚ ਪ੍ਰੋਗਰਾਮ ਕੀਤੇ ਜਾਣਗੇ। ਪੰਧੇਰ ਨੇ 5 ਮਈ 2021 ਨੂੰ ਅੰਮ੍ਰਿਤਸਰ ਤੋਂ ਹਜ਼ਾਰਾਂ ਕਿਸਾਨਾਂ ਦਾ ਅਗਲਾ ਜਥਾ ਟਰੈਕਟਰ ਟਰਾਲੀਆਂ ਸਮੇਤ ਦਿੱਲੀ ਕੂਚ ਕਰਨ ਦਾ ਵੀ ਐਲਾਨ ਕੀਤਾ ਹੈ। ਹਰਿਆਣੇ ਤੋਂ ਇੱਕ ਵੱਡੀ ਖਬਰ ਆ ਰਹੀ ਹੈ, ਜਿੱਥੇ ਕਰਨਾਲ ਜ਼ਿਲ੍ਹੇ ਦੇ ਰਹਿਣ ਵਾਲੇ ਕਿਸਾਨ ਜਗਦੀਪ ਸਿੰਘ ਔਲਖ ਨੇ ਦਾਅਵਾ ਕੀਤਾ ਹੈ ਕਿ ਹਰਿਆਣਾ ਸਰਕਾਰ ਨੇ ਹਰਿਆਣੇ ਵਿੱਚ 15 ਮੰਡੀਆਂ ਨੂੰ ਖਤਮ ਕਰ ਦਿੱਤਾ ਹੈ।
ਜਿਸ ਦੇ ਖਿਲਾਫ ਜਿੰਨਾ ਵਿਰੋਧ ਹੋਣਾ ਚਾਹੀਦਾ ਸੀ ਉਹਨਾਂ ਹੋ ਹੀ ਨਹੀਂ ਸਕਿਆ। ਪਤਾ ਨਹੀਂ ਕਿਉਂ ਕਿਸਾਨ ਚੁੱਪ ਬੈਠੇ ਨੇ। ਹਰਿਆਣਾ ਦੇ ਕੈਥਲ ਜ਼ਿਲ੍ਹੇ ਦੇ ਵਿੱਚ ਅਡਾਨੀ ਦਾ 10 ਸਾਲ ਪੁਰਾਣਾ ਇੱਕ ਸਾਈਲੋ ਹੈ, ਗੋਦਾਮ ਹੈ ਤੇ ਇਹਦੇ ਗੋਦਾਮ ਵਿੱਚ ਪਹਿਲਾਂ ਮੰਡੀਆਂ ਤੋਂ ਅਨਾਜ ਵਿਕ ਕੇ ਫਿਰ ਇੱਥੇ ਪਹੁੰਚਦਾ ਸੀ। ਪਹਿਲਾਂ ਮੰਡੀਆਂ ਤੇ ਪਹੁੰਚਦੀ ਸੀ ਕਣਕ, ਫਿਰ ਉਸ ਤੋਂ ਬਾਅਦ ਸਾਈਲੋ ਦੇ ਵਿੱਚ ਪਹੁੰਚਦੀ ਸੀ। ਪਰ ਇਸ ਵਾਰ ਸਰਕਾਰ ਨੇ ਮੰਡੀਆਂ ਨੂੰ ਵਿੱਚੋਂ ਖਤਮ ਹੀ ਕਰ ਦਿੱਤਾ ਹੈ। 10 ਵੱਡੀਆਂ ਮੰਡੀਆਂ ਦੀ ਕਣਕ ਹੁਣ ਸਿੱਧੀ ਅਡਾਨੀ ਦੇ ਸਾਈਲੋ ਵਿੱਚ ਪਹੁੰਚ ਰਹੀ ਹੈ। ਇਹਦੇ ਨਾਲ ਕਰੀਬ 10,000 ਮਜ਼ਦੂਰ ਬੇਰੁਜ਼ਗਾਰ ਹੋ ਗਏ ਨੇ। ਦਰਅਸਲ ਹਰਿਆਣਾ ਦੇ ਜੀਂਦ ਵਿੱਚ ਵੀ ਅਡਾਨੀ ਦਾ ਇੱਕ ਗੋਦਾਮ ਹੈ। ਉੱਥੇ ਵੀ ਹਰਿਆਣਾ ਸਰਕਾਰ ਨੇ 5 ਖਰੀਦ ਸੈਂਟਰ ਖਤਮ ਕਰ ਦਿੱਤੇ ਨੇ, ਪਰ ਜੀਂਦ ਦੇ ਕਿਸਾਨਾਂ ਨੇ ਸਰਕਾਰ ਦਾ ਵਿਰੋਧ ਕਰਕੇ ਆਪਣੀਆਂ ਮੰਡੀਆਂ ਇੱਥੇ ਮੁੜ ਤੋਂ ਚਾਲੂ ਕਰਵਾ ਲਈਆਂ ਨੇ। ਉਹਨਾਂ ਕਿਹਾ ਕਿ ਪਾਣੀਪਤ ਵਿੱਚ ਅਡਾਨੀ ਗਰੁੱਪ ਨੇ ਵੱਡੇ ਗੋਦਾਮ ਬਣਾਉਣ ਦੇ ਲਈ 100 ਏਕੜ ਜ਼ਮੀਨ ਵੀ ਖਰੀਦ ਲਈ ਹੈ ਤੇ ਲੋਕਾਂ ਨੂੰ ਇਸ ਦਾ ਵਿਰੋਧ ਕਰਨ ਦੀ ਅਪੀਲ ਕੀਤੀ ਹੈ। ਜਗਦੀਪ ਸਿੰਘ ਔਲਖ ਨੇ ਤੇ ਕਿਸਾਨਾਂ ਨੂੰ ਕਿਹਾ ਕਿ ਇਸ ਮਸਲੇ ਨੂੰ ਵੀ ਵੱਡੇ ਪੱਧਰ ਤੇ ਚੁੱਕਿਆ ਜਾਵੇ, ਇਸ ਦਾ ਵਿਰੋਧ ਕੀਤਾ ਜਾਵੇ ਤਾਂ ਕਿ ਅਡਾਨੀਆਂ ਨੂੰ ਹਰਿਆਣੇ ਵਿੱਚ ਬਾਹਰ ਕੱਢਿਆ ਜਾ ਸਕੇ। ਵਿਸਾਖੀ ਮੌਕੇ 12 ਅਪ੍ਰੈਲ ਨੂੰ ਪਾਕਿਸਤਾਨ ਸਥਿਤ ਇਤਿਹਾਸਿਕ ਗੁਰਦੁਆਰਿਆਂ ਦੇ ਦਰਸ਼ਨ ਕਰਨ ਜਾ ਰਹੇ ਸਿੱਖਾਂ ਦੇ ਜਥੇ ਵਿੱਚੋਂ 5 ਸ਼ਰਧਾਲੂਆਂ ਦੀ ਕਰੋਨਾ ਰਿਪੋਰਟ ਪੋਜ਼ਿਟਿਵ ਆਈ ਹੈ। ਐਸਜੀਪੀਸੀ ਦੇ ਵੱਲੋਂ ਪਾਕਿਸਤਾਨ ਜਾਣ ਵਾਲੇ 437 ਸ਼ਰਧਾਲੂਆਂ ਦਾ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਫ੍ਰੀ ਕਰੋਨਾ ਟੈਸਟ ਕੀਤਾ ਗਿਆ ਸੀ। ਹਾਲਾਂਕਿ ਜਥੇ ਵਿੱਚ ਸ਼ਾਮਿਲ ਯਾਤਰੀਆਂ ਨੂੰ ਪਾਸਪੋਰਟ ਵੀ ਵੰਡੇ ਜਾ ਰਹੇ ਨੇ ਤੇ ਇਹਨਾਂ ਯਾਤਰੀਆਂ ਦੇ ਵਿੱਚੋਂ 5 ਯਾਤਰੀਆਂ ਦੀ ਕਰੋਨਾ ਰਿਪੋਰਟ ਪੋਜ਼ਿਟਿਵ ਆਈ ਹੈ। ਪਹਿਲਾਂ ਤਾਂ ਪਾਕਿਸਤਾਨ ਅੰਬੈਸੀ ਨੇ ਸਾਰੇ ਸ਼ਰਧਾਲੂਆਂ ਨੂੰ ਵੀਜ਼ਾ ਨਹੀਂ ਦਿੱਤਾ, ਬਹੁਤ ਸਾਰੇ ਵੀਜ਼ੇ ਕੱਟ ਦਿੱਤੇ। 356 ਸ਼ਰਧਾਲੂਆਂ ਨੂੰ ਵੀਜ਼ਾ ਨਹੀਂ ਮਿਲਿਆ ਤੇ ਹੁਣ 5 ਸ਼ਰਧਾਲੂ ਜਿਨ੍ਹਾਂ ਨੂੰ ਵੀਜ਼ਾ ਮਿਲਿਆ ਵੀ ਸੀ ਉਹ ਕਰੋਨਾ ਕਰਕੇ ਪਾਕਿਸਤਾਨ ਨਹੀਂ ਜਾ ਸਕਦੇ, ਕਿਉਂਕਿ ਪਾਕਿਸਤਾਨ ਨੇ ਸ਼ਰਤ ਰੱਖੀ ਹੈ ਕਿ ਕਰੋਨਾ ਦੀ ਜਿਹੜੀ ਰਿਪੋਰਟ ਹੋਣੀ ਲਾਜ਼ਮੀ ਹੈ ਤੇ ਨੈਗੇਟਿਵ ਹੋਣੀ ਲਾਜ਼ਮੀ ਹੈ, ਉਹੀ ਇੱਥੇ ਆ ਸਕਦਾ ਹੈ ਪਾਕਿਸਤਾਨ ਦੇ ਵਿੱਚ। ਜਲੰਧਰ ਤੋਂ ਇੱਕ ਖਬਰ ਹੈ ਜਿੱਥੇ ਰਾਤ ਦਾ ਕਰਫਿਊ ਤੋੜਨ ਵਾਲਿਆਂ ਨੇ ਥਾਣੇਦਾਰ ਨੂੰ ਹੀ ਕੁੱਟ ਦਿੱਤਾ। ਕਮਿਸ਼ਨਰੇਟ ਪੁਲਿਸ ਦੇ ਵੱਲੋਂ ਜਲੰਧਰ ਦੇ ਮਾਡਲ ਹਾਊਸ ਵਿੱਚ ਆਉਂਦੇ ਮਾਤਾ ਰਾਣੀ ਚੌਂਕ ਵਿੱਚ ਲਾਏ ਨਾਕੇ ਦੌਰਾਨ ਕੁਝ ਨੌਜਵਾਨਾਂ ਨੇ ਥਾਣਾ ਭਾਰਗਵ ਕੈਂਪ ਤੇ ਐਸਐਚਓ ਭਗਵੰਤ ਭੁੱਲਰ ਦੀ ਕੁੱਟਮਾਰ ਕਰ ਦਿੱਤੀ। ਜ਼ਖਮੀ ਐਸਐਚਓ ਨੂੰ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ। ਰਾਤ ਦੇ ਕਰਫਿਊ ਦੀ ਉਲੰਘਣਾ ਕਰ ਰਹੇ ਨੌਜਵਾਨਾਂ ਨੂੰ ਟੋਕਣਾ ਥਾਣੇਦਾਰ ਨੂੰ ਇੱਥੇ ਮਹਿੰਗਾ ਪੈ ਗਿਆ। ਇੰਸਪੈਕਟਰ ਭੁੱਲਰ ਨੇ ਨੌਜਵਾਨਾਂ ਨੂੰ ਕਰਫਿਊ ਦੌਰਾਨ ਤੜਕੇ 2 ਵਜੇ ਘਰੋਂ ਬਾਹਰ ਘੁੰਮਣ ਤੋਂ ਰੋਕਿਆ ਤਾਂ ਉਹਨਾਂ ਨੇ ਮੁੜ ਕੇ ਹਮਲਾ ਹੀ ਕਰ ਦਿੱਤਾ। ਕੁੱਟਮਾਰ ਵਿੱਚ ਥਾਣੇਦਾਰ ਦੀ ਵਰਦੀ ਵੀ ਪਾਟ ਗਈ। ਮਾਤਾ ਚੌਂਕ ਦੇ ਵਿੱਚ ਚੈਕਿੰਗ ਦੌਰਾਨ ਤੜਕੇ 2 ਵਜੇ ਦੇ ਕਰੀਬ 4-5 ਨੌਜਵਾਨ 2 ਕਾਰਾਂ 'ਚ ਸਵਾਰ ਹੋ ਕੇ ਜਦੋਂ ਉੱਥੋਂ ਲੰਘਣ ਲੱਗੇ ਤਾਂ ਨੌਜਵਾਨਾਂ ਨੂੰ ਰੋਕ ਕੇ ਥਾਣੇਦਾਰ ਨੇ ਕਰਫਿਊ ਦੀ ਉਲੰਘਣਾ ਬਾਰੇ ਦੱਸਿਆ ਤਾਂ ਉਹਨਾਂ ਨੇ ਲੜਨਾ ਸ਼ੁਰੂ ਕਰ ਦਿੱਤਾ ਅਤੇ ਐਸਐਚਓ ਦੀ ਕੁੱਟਮਾਰ ਕਰ ਦਿੱਤੀ। ਜਾਣਕਾਰੀ ਮੁਤਾਬਿਕ ਪੁਲਿਸ ਨੇ ਇੱਕ ਨੌਜਵਾਨ ਨੂੰ ਤਾਂ ਗ੍ਰਿਫਤਾਰ ਕਰ ਲਿਆ, ਬਾਕੀਆਂ ਦੀ ਭਾਲ ਕੀਤੀ ਜਾ ਰਹੀ ਹੈ ਕਿਉਂਕਿ ਕੁੱਟਮਾਰ ਤੋਂ ਬਾਅਦ ਉਹ ਫਰਾਰ ਹੋ ਗਏ ਸੀ। ਪੰਜਾਬ ਦੇ ਵਿੱਚ ਕਰੋਨਾ ਦੀ ਟੀਕਾਕਰਨ ਮੁਹਿੰਮ ਦੇ ਲਈ ਅਦਾਕਾਰ ਸੋਨੂ ਸੂਦ ਪੰਜਾਬੀਆਂ ਨੂੰ ਜਾਗਰੂਕ ਕਰਨਗੇ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ ਕਿ ਸੋਨੂ ਸੂਦ ਪੰਜਾਬ ਦੇ ਵਿੱਚ ਕਰੋਨਾ ਟੀਕਾਕਰਨ ਮੁਹਿੰਮ ਦੇ ਬ੍ਰਾਂਡ ਐਂਬੈਸਡਰ ਹੋਣਗੇ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਤੁਸੀਂ ਸਾਰੇ ਆਪਣਾ ਧਿਆਨ ਰੱਖਿਓ, ਲੋੜਵੰਦਾਂ ਦੀ ਮਦਦ ਕਰਦੇ ਰਹੋ। ਧੰਨਵਾਦ।